ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਦੁਬਾਰਾ ਸ਼ੁਰੂ ਕਰ ਲਈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਾਨ ਮਾਨੈ, ਪਰਤਖ ਗੁਰੂ ਨਿਸਤਾਰੇ। ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ। ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਫੁਨਹੇ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਾਥ ਕਲਮ ਅਗੰਮ ਮਸਤਕ ਲੇਖਾਵਤੀ, ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ। ਉਫਤਤ ਕਹਿਨ ਨਾ ਜਾਏ ਮੁਖੋ ਤੁਹਾਰੀਆ, ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਫੁਨਹੇ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਾਥ ਕਲਮ ਅਗੰਮ ਮਸਤਕ ਲੇਖਾਵਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ ਜਿਨ੍ਹਾਂ ਨੂੰ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਪਾਵਨ ਪਵਿੱਤਰ ਕਥਾ ਸੁਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਚਰਹਿ ਕਸੰਮਲ ਪਾਪ ਤੇਰੇ ਮਨੁਆ, ਅੰਮ੍ਰਿਤ ਕਥਾ ਸੰਤ ਸੰਗ ਸੁਨੁਆ। ਕਥਾ ਸਰਵਣ ਕਰਕੇ ਮਨ ਦੀ ਮੈਲ, ਮਨ ਦੇ ਭੁਲੇਖੇ ਦੂਰ ਹੋ ਜਾਂਦੇ ਹਨ। ਆਪ ਸੰਗਤਾਂ ਨੇ ਪਿੱਛੇ ਗਾਥਾ ਬਾਣੀ ਦੀ ਕਥਾ ਸਰਵਣ ਕੀਤੀ ਹੈ। ਹੁਣ ਗਾਥਾ ਬਾਣੀ ਤੋਂ ਅੱਗੇ ਫੁਨਹੇ ਬਾਣੀ ਆਰੰਭ ਹੋ ਰਹੀ ਹੈ। ਜਿੱਥੋਂ ਤੱਕ ਇਸ ਬਾਣੀ ਦਾ ਸੰਬੰਧ ਹੈ, ਇਸ ਦੀ ਉਥਾਨਕਾ ਸੰਪਰਦਾਇ ਭਿੰਡਰਾਂ ਦਮਦਮੀ ਟਕਸਾਲ ਦੇ ਮਹਾਂਪੁਰਖ ਇਹੀ ਸਰਵਣ ਕਰਵਾਉਂਦੇ ਹਨ। ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਦੋਂ ਉਹਨਾਂ ਦਾ ਆਨੰਦ ਕਾਰਜ ਹੋਇਆ ਮਾਓ ਪਿੰਡ ਵਿੱਚ ਬਰਾਤ ਲੈ ਕੇ ਪਹੁੰਚੇ, ਉਸ ਵੇਲੇ ਦਾ ਇੱਕ ਰਿਵਾਜ ਸੀ। ਕੁਛ ਲੋਕਾਂ ਨੇ ਸਲਾਹ ਕੀਤੀ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਲਾੜਾ ਬਣ ਕੇ ਢੁੱਕ ਰਹੇ ਹਨ ਅਤੇ ਆਪਾਂ ਨੂੰ ਉਹਨਾਂ ਦੀ ਅਜ਼ਮਤ ਪਰਖਣੀ ਚਾਹੀਦੀ ਹੈ। ਲੋਕ ਉਹਨਾਂ ਨੂੰ ਗੁਰੂ ਮੰਨਦੇ ਹਨ। ਮਥੁਰਾ ਭੱਟ ਜੀ ਨੇ ਗੁਰੂ ਅਰਜਨ ਪ੍ਰਤੱਖ ਹਰ
ਉਹਨਾਂ ਦੇ ਬਾਰੇ ਲਿਖਿਆ ਹੈ ਕਿ ਉਹਨਾਂ ਵਿੱਚ ਕੋਈ ਗੈਬੀ ਕਰਾਮਾਤ ਵੀ ਹੈ। ਇਸ ਗੱਲ ਦੀ ਆਪਾਂ ਨੂੰ ਪਰਖ ਕਰਨੀ ਚਾਹੀਦੀ ਹੈ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਲਾੜੇ ਬਣ ਕੇ ਮੌ ਪਿੰਡ ਵਿੱਚ ਢੁਕੇ ਤਾਂ ਉਸ ਵੇਲੇ ਪਿੰਡ ਵਾਲਿਆਂ ਨੇ, ਸਹੁਰੇ ਪਿੰਡ ਵਾਲਿਆਂ ਨੇ ਸ਼ਰਤ ਰੱਖ ਦਿੱਤੀ, ਪਹਿਲਾਂ ਤੁਸੀਂ ਮੁੱਢੀ ਪੱਟੋ, ਫਿਰ ਤੁਹਾਡਾ ਆਨੰਦ ਕਾਰਜ ਹੋਵੇਗਾ, ਫਿਰ ਤੁਸੀਂ ਵਿਆਹ ਕਰਵਾ ਸਕਦੇ ਹੋ। ਇਹ ਇੱਕ ਪੁਰਾਣੀ ਰੀਤ ਸੀ ਮੁੱਢੀ ਪੱਟਣ ਦੀ। ਇਹਨਾਂ ਲੋਕਾਂ ਨੇ ਇਹ ਸ਼ਰਾਰਤ ਕੀਤੀ। ਇੱਕ ਕਰੀਰ ਦਾ ਦਰਖਤ ਸੀ, ਉਸ ਨੂੰ ਉੱਪਰੋਂ ਤੇ ਵੱਢ ਦਿੱਤਾ, ਜੜ੍ਹਾਂ ਸਮੇਤ ਉਹਦੇ ਮੁੱਢ ਨੂੰ ਉਸੇ ਤਰ੍ਹਾਂ ਹੀ ਉੱਥੇ ਰਹਿਣ ਦਿੱਤਾ। ਇਹਦਾ ਮਤਲਬ ਇਹ ਸੀ ਉਹ ਗੁਰੂ ਮਹਾਰਾਜ ਦੀ ਅਜ਼ਮਤ ਪਰਖਣਾ ਚਾਹੁੰਦੇ ਸਨ। ਇੱਥੇ ਦੋ ਕਿਸਮ ਦੀ ਇਤਿਹਾਸਕਾਰਾਂ ਦੀ ਵਿਚਾਰ ਮਿਲਦੀ ਹੈ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਲਾੜਾ ਬਣ ਕੇ ਢੁਕੇ, ਉਸ ਵੇਲੇ ਉਹ ਘੋੜੀ 'ਤੇ ਅਸਵਾਰ ਸਨ। ਉਹਨਾਂ ਦੇ ਹੱਥ ਵਿੱਚ ਬਰਛਾ ਵੀ ਸੀ। ਜਿਵੇਂ ਨਿਹੰਗ ਸਿੰਘ ਕਿੱਲੇ ਪੱਟਦੇ ਨੇ, ਇਸੇ ਰੀਤ ਦੇ ਮੁਤਾਬਕ ਜਦੋਂ ਪਿੰਡ ਵਾਲਿਆਂ ਨੇ ਆਖਿਆ ਤੁਸੀਂ ਮੁੱਢੀ ਪੱਟੋ, ਤਾਂ ਉਸ ਵੇਲੇ ਗੁਰੂ ਮਹਾਰਾਜ ਨੇ ਘੋੜਾ ਭਜਾ ਕੇ ਉਸ ਕਰੀਰ ਦੇ ਮੁੱਢ ਦੇ ਵਿੱਚ ਇੰਨਾ ਜ਼ੋਰ ਦੀ ਵਰਸ਼ਾ ਮਾਰਿਆ, ਸਣੇ ਮੁੱਢ ਦੇ ਉਸ ਮੁੱਢੇ ਨੂੰ ਪੱਟ ਕੇ ਮੂਧਾ ਕਰ ਦਿੱਤਾ। ਅਤੇ ਜਦੋਂ ਇਹ ਕੌਤਕ ਹੋਇਆ ਤਾਂ ਉਸ ਵੇਲੇ ਸਾਰੇ ਹੈਰਾਨ ਹੋ ਗਏ ਵੀ ਇਹ ਤਾਂ 10 ਬੰਦੇ ਵੀ ਮੁੱਢੀ ਨਹੀਂ ਸੀ ਪੱਟ ਸਕਦੇ, ਪਰ ਗੁਰੂ ਮਹਾਰਾਜ ਨੇ ਇਕੱਲਿਆਂ ਨੇ ਹੀ ਮੁੱਢੀ ਪੱਟ ਦਿੱਤੀ। ਅਕਸਰ ਆਪਾਂ ਦੇਖਦੇ ਹਾਂ ਜਦੋਂ ਨਿਹੰਗ ਸਿੰਘ ਵੀ ਕਿੱਲੇ ਪੁੱਟਦੇ ਹਨ ਜਾਂ ਹੋਰ ਸੂਰਮੇ ਵੀ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ ਹਨ, ਤਾਂ ਉਸ ਵੇਲੇ ਉਹ ਪੂਲੇ ਬਣਾ ਕੇ ਅਤੇ ਜਾਂ ਕੱਚੀ ਲੱਕੜ ਦੇ ਕਿੱਲੇ ਗੱਡ ਕੇ ਉਹਨਾਂ ਨੂੰ ਪੱਟਦੇ ਨੇ। ਅਤੇ ਉਹ ਹੁਣ ਜੜ੍ਹਾਂ ਦੇ ਸਮੇਤ ਦਰਖਤ ਸੀ, ਉਹਦੇ ਮੁੱਢ ਨੂੰ ਪੱਟਣਾ ਬਹੁਤ ਔਖਾ ਸੀ। ਪਰ ਜਦੋਂ ਗੁਰੂ ਮਹਾਰਾਜ ਨੇ ਉਹ ਕਰੀਰ ਦਾ ਮੁੱਢ ਪੱਟਿਆ ਅਤੇ ਨਾਲ ਹੀ ਇਹ ਬਚਨ ਕਹਿ ਦਿੱਤਾ, ਮੌ ਪਿੰਡ ਵਾਲਿਓ ਤੁਸੀਂ ਇਹ ਚੰਗਾ ਕੰਮ ਨਹੀਂ ਕੀਤਾ, ਤੁਸੀਂ ਸਾਡੀ ਅਜ਼ਮਤ ਪਰਖੀ ਹੈ, ਇਹਦਾ ਫਲ ਇਹ ਹੈ ਇਹ ਪਿੰਡ ਉੱਜੜ ਕੇ ਵਸੇਗਾ। ਤੁਸੀਂ ਮੁੱਢੀ ਨਹੀਂ ਪਟਾਈ, ਆਪਣੀ ਜੜ੍ਹ ਪੱਟ ਲਈ ਹੈ। ਇਹ ਬਚਨ ਗੁਰੂ ਅਰਜਨ ਦੇਵ ਮਹਾਰਾਜ ਦੇ ਹੋਏ। ਦੂਜਾ ਇਤਿਹਾਸਕ ਵਿਚਾਰ ਇਹ ਵੀ ਹੈ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਮੌ ਪਿੰਡ ਵਿੱਚ ਗਏ ਅਤੇ ਉਹਨਾਂ ਨੇ ਆਖਿਆ ਵੀ ਤੁਸੀਂ ਪੈਰ ਦੀ ਠੋਕਰ ਮਾਰ ਕੇ, ਠੇਡਾ ਮਾਰ ਕੇ ਮੁੱਢੀ ਪੱਟਣੀ ਹੈ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਮੁੱਢ ਨੂੰ, ਜਿਸ ਦੀਆਂ ਜੜ੍ਹਾਂ ਹੇਠਾਂ ਧਰਤੀ ਵਿੱਚ ਗੱਡੀਆਂ ਹੋਈਆਂ ਸਨ, ਉਹਨੂੰ ਆਪਣੇ ਚਰਨਾਂ ਦਾ ਠੁੱਡ ਮਾਰ ਕੇ ਪੱਟਿਆ। ਇਹ ਦੂਜਾ ਇਤਿਹਾਸ ਹੈ। ਪਰ ਪਹਿਲਾ ਵਧੇਰੇ ਢੁਕਦਾ ਹੈ, ਕਿਉਂਕਿ ਜਦੋਂ ਲਾੜਾ ਬਰਾਤ ਚੜ੍ਹਦਾ ਹੈ, ਘੋੜੀ 'ਤੇ ਚੜ੍ਹਦਾ, ਸ਼ਸਤਰ ਵੀ ਕੋਲ ਰੱਖਦਾ, ਅਤੇ ਗੁਰੂ ਮਹਾਰਾਜ ਨੇ ਬਰਛੇ ਦੇ ਨਾਲ ਹੀ ਉਸ ਮੁੱਢੀ ਨੂੰ ਪੱਟਿਆ ਸੀ। ਸੌਰਵ ਵਿਚਾਰ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਹੋਰ ਵੀ ਸਾਰੇ ਟਕਸਾਲ ਦੇ ਮਹਾਂਪੁਰਖ ਵਿਦਵਾਨ ਇਹ ਦੱਸਦੇ ਨੇ, ਸਮਾਂ ਪਾ ਕੇ ਮਾਓ ਪਿੰਡ ਉੱਥੋਂ ਉੱਜੜਿਆ, ਫਿਰ ਇੱਕ ਉਹਦੀ ਵਿੱਥ 'ਤੇ ਜਾ ਕੇ ਵਸਿਆ ਸੀ। ਪਰ ਉਹ ਸਥਾਨ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਦੇ ਆਨੰਦ ਕਾਰਜ ਹੋਏ ਸਨ, ਉਹ ਜਿਉਂ ਦਾ ਤਿਉਂ ਉੱਥੇ ਹੀ ਕਾਇਮ ਦਾਇਮ ਹੈ। ਮਹਾਂਪੁਰਖਾਂ ਨੇ ਉੱਥੇ ਦਰਸ਼ਨ ਵੀ ਕੀਤੇ ਸਨ। ਸੋ ਰਹੁ ਵਿਚਾਰ। ਹੁਣ ਇਹ ਜਿਹੜੀ ਫੁਨਹ ਬਾਣੀ ਹੈ,
ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੁੱਢੀ ਪੱਟੀ ਆਨੰਦ ਕਾਰਜ ਹੋਇਆ ਅਤੇ ਫਿਰ ਉਸ ਤੋਂ ਬਾਅਦ ਲਾੜਾ ਸਹੁਰੇ ਘਰ ਪ੍ਰਵੇਸ਼ ਕਰਦਾ ਅਤੇ ਜਦੋਂ ਲਾੜਾ ਸਹੁਰੇ ਘਰ ਪ੍ਰਵੇਸ਼ ਕਰਦਾ ਉਸ ਵੇਲੇ ਬਹੁਤ ਸਾਰੀਆਂ ਬੀਬੀਆਂ ਆ ਕੇ ਰਾਹ ਰੋਕਦੀਆਂ ਨੇ ਅਤੇ ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਵੀ ਰਾਹ ਰੋਕਿਆ ਅਤੇ ਨਾਲ ਆਖਿਆ, ਮਹਾਰਾਜ ਤੁਸੀਂ ਕੋਈ ਛੰਦ ਸੁਣਾਓ, ਕੋਈ ਕਵਿਤਾ ਸੁਣਾਓ। ਇਹ ਵੀ ਇੱਕ ਪੁਰਾਣਾ ਰਿਵਾਜ ਸੀ ਵੀ ਜਦੋਂ ਕੋਈ ਲਾੜਾ ਵਿਆਹ ਕਰਾਉਣ ਵਾਸਤੇ ਜਾਂਦਾ ਸੀ, ਬੀਬੀਆਂ ਉਸ ਨੂੰ ਅਕਸਰ ਇਹ ਸਵਾਲ ਕਰਦੀਆਂ ਸਨ। ਅੱਜ ਕੱਲ੍ਹ ਤਾਂ ਨਵੇਂ ਰਿਵਾਜ ਵੀ ਚੱਲ ਪਏ ਨੇ, ਪਰ ਇਹ ਪੁਰਾਣਾ ਰਿਵਾਜ ਸੀ ਵੀ ਸਾਨੂੰ ਕੋਈ ਛੰਦ ਸੁਣਾਓ। ਮਹਾਂਪੁਰਖ ਵੀ ਵਿਲਾਸ ਦੇ ਨਾਲ ਆਪਣੇ ਵਿਆਹ ਦੀ ਵਾਰਤਾ ਸੁਣਾਉਂਦੇ ਸਨ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਦੋਂ ਰਾਜੂਆਣੇ ਪਿੰਡ ਵਿੱਚ ਵਿਆਹ ਕਰਾਉਣ ਵਾਸਤੇ ਢੁਕੇ ਤਾਂ ਉਸ ਵੇਲੇ ਵੀ ਬੀਬੀਆਂ ਨੇ ਮਹਾਂਪੁਰਖਾਂ ਨੂੰ ਆਖਿਆ ਸੀ ਕੋਈ ਛੰਦ ਸੁਣਾਓ, ਅਤੇ ਮਹਾਂਪੁਰਖਾਂ ਨੇ ਉਹ ਛੰਦ ਯਾਦ ਕੀਤਾ ਸੀ, ਕੋਈ ਉਹ ਸੁਣਾਇਆ ਸੀ, ਪਰ ਉਹ ਦੁਨਿਆਵੀ ਸੀ। ਛੰਦ ਪਰਾਗਾ ਛੰਦ ਪਰਾਗਾ ਛੰਦ ਪਰਾਗਾ ਸਿਸ਼, ਤੁਸੀਂ ਰਾਜਵਾਨੇ ਦੀਆਂ ਬਾਂਦਰੀਆਂ ਮੈਂ ਖਾੜੇ ਦਾ ਰਿਛ। ਇਹ ਜਿਹੜਾ ਛੰਦ ਮਹਾਂਪੁਰਖਾਂ ਨੇ ਵਿਆਹ ਦੇ ਸਮੇਂ ਉਹਨਾਂ ਬੀਬੀਆਂ ਨੂੰ ਸੁਣਾਇਆ ਸੀ। ਪਰ ਇਹ ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਮਾਤਾ ਗੰਗਾ ਜੀ ਗੁਰੂ ਕੇ ਮਹਿਲ ਸਨ ਜਿਨ੍ਹਾਂ ਦੇ ਨਾਲ ਆਨੰਦ ਕਾਰਜ ਹੋਇਆ, ਉਹਨਾਂ ਦੀ ਵੱਡੀ ਭੈਣ ਸੀ ਜਿਸ ਦਾ ਨਾਮ ਹਰਹਾਂ ਇਤਿਹਾਸ ਵਿੱਚ ਲਿਖਿਆ ਮਿਲਦਾ। ਉਹਦੇ ਨਾਲ ਹੋਰ ਵੀ ਸਖੀਆਂ ਸਨ, ਸਹੇਲੀਆਂ ਸਨ। ਵਿਆਹ ਦਾ ਸਮਾਂ ਸੀ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਸਾਨੂੰ ਕੋਈ ਛੰਦ ਸੁਣਾਓ, ਕੋਈ ਕਵਿਤਾ ਸੁਣਾਓ, ਕੋਈ ਸਾਨੂੰ ਉਪਦੇਸ਼ ਦਿਓ, ਕੋਈ ਚੰਗੀ ਸਿੱਖਿਆ ਦਿਓ। ਤਾਂ ਹਜ਼ੂਰ ਨੇ ਇਹ ਪਵਿੱਤਰ ਫੁਨਹ ਬਾਣੀ ਉਚਾਰਨ ਕੀਤੀ। ਫੁਨਹ ਦਾ ਅਰਥ ਕਾਵ ਰਚਨਾ ਵੀ ਛੰਦ ਦਾ ਨਾਮ ਹੈ। ਇਹ ਛੰਦ ਜਿਵੇਂ ਅੜਿਲ ਛੰਦ ਹੁੰਦਾ ਹੈ ਨਾ, ਉਹਦੇ ਨਾਲ ਮਿਲਦਾ ਜੁਲਦਾ ਹੈ। ਇਹਦੀ ਚਾਲ, ਇਹਦੀ ਰਵਾਨਗੀ, ਇਹਦੀ ਸ਼ੈਲੀ ਅੜਿਲ ਦੇ ਨਾਲ ਮਿਲਦੀ ਹੈ। ਕੁਛ ਕਵਿਤ ਦੇ ਨਾਲ ਵੀ ਇਹ ਮੇਲ ਖਾਂਦਾ ਹੈ। ਫੁਨਹ ਦਾ ਅਰਥ ਛੰਦ ਹੈ। ਦੂਸਰਾ ਫੁਨਹ ਦਾ ਅਰਥ ਉਹ ਛੰਦ ਜਿਸ ਦੇ ਵਿੱਚ ਇੱਕ ਇੱਕ ਸ਼ਬਦ ਨੂੰ, ਕਿਸੇ ਪਦ ਨੂੰ ਬਾਰ-ਬਾਰ ਦੁਹਰਾਇਆ ਜਾਵੇ, ਉਸ ਨੂੰ ਫੁਨਹ ਹੀ ਆਖਿਆ ਜਾਂਦਾ ਹੈ। ਫੁਨ ਦਾ ਅਰਥ ਹੁੰਦਾ ਹੈ ਪੁਨः, ਵਾਰ-ਵਾਰ ਕੋਈ ਸ਼ਬਦ ਉਚਾਰਨ ਕਰਨਾ। ਫੁਨਹ ਛੰਦ ਜਿਸ ਦੇ ਵਿੱਚ ਬਾਰ-ਬਾਰ ਕਿਸੇ ਸ਼ਬਦ ਦਾ ਉਚਾਰਨ ਕੀਤਾ ਜਾਵੇ ਉਹਨੂੰ ਫੁਨਹ ਛੰਦ ਕਹਿੰਦੇ ਨੇ। ਜਿਹੜਾ ਹੇ ਸ਼ਬਦ ਹੈ, ਇਹਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ ਵੀ ਇਹਦੇ ਵਿੱਚ ਗੁਰੂ ਮਹਾਰਾਜ ਨੇ ਕੁਛ ਤਿਆਗਣ ਨੂੰ ਵੀ ਉਪਦੇਸ਼ ਦਿੱਤਾ। ਹੇ ਦਾ ਅਰਥ ਹੁੰਦਾ ਤਿਆਗ ਕਰਨਾ, ਬਾਰ-ਬਾਰ ਸ਼ਬਦ ਨੂੰ ਦੁਹਰਾਉਣਾ ਅਤੇ ਫਿਰ ਤਿਆਗ ਦਾ ਉਪਦੇਸ਼ ਦੇਣਾ, ਮੋਹ ਮਾਇਆ ਨੂੰ ਤਿਆਗਣ ਦੀ ਸਿੱਖਿਆ ਦੇਣੀ। ਇਹ ਫੁਨਹ ਸ਼ਬਦ ਦੇ ਅਰਥ ਨੇ। ਫੁਨਹ ਬਾਣੀ ਦਾ ਵੀ ਨਾਮ ਹੈ। ਮਹੱਲਾ ਪੰਜਵਾਂ। ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਸਹੁਰੇ ਪਿੰਡ ਵਿਆਹ ਦੇ ਸਮੇਂ ਆਪਣੀ ਸਾਲੀ ਮਾਤਾ ਗੰਗਾ ਜੀ ਦੀ ਵੱਡੀ ਭੈਣ ਹਰਹਾਂ ਦੇ ਪਰਥਾਏ ਉਚਾਰਨ ਕੀਤੀ। ਅੱਗੇ ਮੰਗਲਾ ਚਰਨ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਿਗੁਰ ਪ੍ਰਸਾਦ ਮਿਲਦਾ ਕਿਵੇਂ ਆ? ਸਤਿਗੁਰੂ ਦੀ ਕਿਰਪਾ ਦੇ ਨਾਲ। ਸਤਿਗੁਰੂ ਦੀ ਕਿਰਪਾ ਕਿਵੇਂ ਹੁੰਦੀ ਹੈ? ਜਦੋਂ ਆਪਾਂ ਸਤਿਗੁਰੂ ਦੇ ਬਚਨਾਂ ਨੂੰ ਕਮਾਉਣੇ ਆ। ਗਾਵਿਆ ਸੁਣਿਆ ਤਿਨ ਕਾ ਹਰ ਥਾਈਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਹੁਣ ਅੱਗੇ ਗਰੀਬਨਵਾਜ ਸਤਿਗੁਰੂ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੀ ਪਵਿੱਤਰ ਕਥਾ ਵਾਰਤਾ ਉਚਾਰਨ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਾਥ ਕਲਮ ਅਗੰਮ ਮਸਤਕ ਲੇਖਾਵਤੀ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ ਅਗੰਮ, ਤੁਸੀਂ ਗਮਤਾ ਤੋਂ ਰਹਿਤ ਹੋ, ਤੁਸੀਂ ਆਪਹੁੰਚ ਹੋ, ਕੋਈ ਤੁਹਾਡੇ ਤੱਕ ਪਹੁੰਚ ਨਹੀਂ ਸਕਦਾ। ਹਾਜ਼ੂਰ ਦੇ ਬਚਨ ਨੇ, ਹਰ ਕੀ ਗਾਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰ ਬਹੁ ਲੋਕ ਸਿਆਣੇ। ਅਗੰਮ ਵਾਹਿਗੁਰੂ ਦਾ ਨਾਮ ਹੈ। ਹੇ ਅਗੰਮ ਵਾਹਿਗੁਰੂ, ਤੁਹਾਡੇ ਹੱਥ ਵਿੱਚ ਕਲਮ ਪਕੜੀ ਹੋਈ ਹੈ। ਮਸਤਕ ਲੇਖਾਵਤੀ, ਉਹ ਸਾਰੇ ਜੀਵਾਂ ਦੇ ਮੱਥੇ ਦੇ ਲੇਖ ਲਿਖਦੀ ਹੈ। ਸਭਨਾ ਲਿਖਿਆ ਬੁੜੀ ਕਲਾਂ, ਸਭ ਦੇ ਮੱਥੇ 'ਤੇ ਜੋ ਲੇਖ ਲਿਖੇ ਜਾਂਦੇ ਹਨ ਤੇ ਉਹ ਵਾਹਿਗੁਰੂ ਪਰਮੇਸ਼ਰ ਵੱਲੋਂ ਲਿਖੇ ਜਾਂਦੇ ਹਨ। ਕਲਗੀਧਰ ਪਾਤਸ਼ਾਹ ਨੇ ਬਹੁਤ ਖੂਬ ਲਿਖਿਆ ਹੈ, ਕਰੀ ਲੋਹ ਕਰਮੰ ਲਿਖਿਓ ਲੇਖ ਮਥੈ, ਸਭੀ ਜ਼ੇਰ ਕੀਨੇ ਬਲੀ ਕਾਲ ਨਥ ਹੈ। ਲੋਹੇ ਦਾ ਅਰਥ ਫੌਲਾਦ ਹੈ, ਫੌਲਾਦੀ ਕਲਮ ਦੇ ਨਾਲ, ਜਾਂ ਲੋਹ ਦਾ ਅਰਥ ਹੈ ਪ੍ਰਕਾਸ਼। ਇਹ ਵੀ ਮਹਾਂਪੁਰਖਾਂ ਨੇ ਅਰਥ ਕੀਤਾ। ਉਹ ਐਸੀ ਪ੍ਰਕਾਸ਼ਮਈ ਕਲਮ ਹੈ, ਉਹਦੇ ਨਾਲ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਜੀਵਾਂ ਦੇ ਮੱਥੇ 'ਤੇ ਲੇਖ ਲਿਖੇ ਹਨ। ਅਤੇ ਇਸੇ ਲਈ ਉਸ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਹਜ਼ੂਰ ਫਰਮਾਉਂਦੇ ਹਨ ਕਿ ਹੇ ਅਗੰਮ ਵਾਹਿਗੁਰੂ ਜੀ, ਤੁਹਾਡੇ ਹੱਥ ਵਿੱਚ ਫੜੀ ਕਲਮ ਸਾਰੇ ਜੀਵਾਂ ਦੇ ਮੱਥੇ 'ਤੇ ਲੇਖ ਲਿਖ ਰਹੀ ਹੈ। ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ। ਹੇ ਵਾਹਿਗੁਰੂ ਜੀ, ਤੁਸੀਂ ਅਨੂਪ ਰੂਪਾਵਤੀ, ਤੁਸੀਂ ਬੇਮਿਸਾਲ ਸੁੰਦਰ ਰੂਪ ਵਾਲੇ ਹੋ। ਮੇਰਾ ਸੁੰਦਰ ਸੁਆਮੀ ਜੀ, ਹੋਂ ਚਰਨ ਕਮਲ ਪਗਸ਼ਾਰਾ, ਤੇਰੇ ਵਰਗਾ ਹੋਰ ਕੋਈ ਸੁੰਦਰ ਨਹੀਂ ਹੈ। ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਮਹਾਂਪੁਰਖ ਕੇ ਵਿਚਾਰ ਦੱਸਦੇ ਸਨ, ਜਿੰਨੀ ਦੁਨੀਆ ਦੇ ਵਿੱਚ ਸੁੰਦਰਤਾ ਆਪਾਂ ਦੇਖ ਰਹੇ ਹਾਂ ਨਾ, ਤਾਜ਼ੇ ਫੁੱਲ ਖਿੜੇ ਹੁੰਦੇ ਨੇ, ਉਹਨਾਂ ਵਿੱਚੋਂ ਮਹਿਕ ਆਉਂਦੀ ਹੈ, ਬੜੇ ਸੋਹਣੇ ਲੱਗਦੇ ਨੇ। ਸਮੁੰਦਰ ਦੀਆਂ ਲਹਿਰਾਂ ਉੱਠਦੀਆਂ ਨੇ, ਬੜੀਆਂ ਪਿਆਰੀਆਂ ਲੱਗਦੀਆਂ ਨੇ। ਹਵਾ ਚੱਲਦੀ ਹੈ, ਬਿਰਛ ਝੂਮਦੇ ਨੇ, ਬੜੇ ਪਿਆਰੇ ਲੱਗਦੇ ਨੇ। ਕਈ ਪਸ਼ੂ ਪੰਛੀ ਵੀ ਬੜੇ ਸੁੰਦਰ ਹੁੰਦੇ ਨੇ। ਪਰ ਜਿੰਨੀ ਵੀ ਦੁਨੀਆ ਦੀ ਸੁੰਦਰਤਾ ਹੈ, ਇਹਦਾ ਸੋਮਾ ਵਾਹਿਗੁਰੂ ਪਰਮੇਸ਼ਰ ਹੀ ਹੈ। ਇਸੇ ਲਈ ਹਜ਼ੂਰ ਕਹਿੰਦੇ, ਹੇ ਵਾਹਿਗੁਰੂ ਜੀ, ਤੁਸੀਂ ਬਹੁਤ ਹੀ ਲਾਸਾਨੀ ਸੁੰਦਰਤਾ ਦੇ ਮਾਲਕ ਹੋ। ਉਰਜ ਰਹੇ ਹੋ ਸਭ ਸੰਗ, ਤੁਸੀਂ ਸਾਰਿਆਂ ਦੇ ਨਾਲ ਹੀ। ਉਰਜ ਰਹੇ ਹੋ ਦਾ ਅਰਥ ਹੈ ਮਿਲੇ ਹੋਏ ਹੋ। ਜਿਵੇਂ ਤਾਣਾ ਅਤੇ ਪੇਟਾ ਆਪਸ ਵਿੱਚ ਉਲਝਿਆ ਹੁੰਦਾ ਹੈ ਨਾ, ਤਾਣੇ ਪੇਟੇ ਵਾਂਗ ਹੀ ਵਾਹਿਗੁਰੂ ਜੀ, ਤੁਸੀਂ ਸਾਰਿਆਂ ਦੇ ਨਾਲ ਹੀ ਮਿਲੇ ਹੋਏ ਹੋ, ਸਾਰਿਆਂ ਦੇ ਨਾਲ ਹੀ ਜੁੜੇ ਹੋਏ ਹੋ। ਉਸਤਤ ਕਹਿ ਨਾ ਜਾਏ, ਮੁਖ ਹੋ ਤੁਹਾਰੀਆ। ਹੇ ਵਾਹਿਗੁਰੂ ਜੀ, ਆਪ ਜੀ ਦੀ ਉਸਤਤ ਬਿਆਨ ਨਹੀਂ ਕੀਤੀ ਜਾ ਸਕਦੀ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਹੇ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਸ਼ੇਸ਼ ਨਾਗ ਸਿਰ ਸਹਿਸ ਬਨਾਈ, ਦੁਐ ਸਹੰਸ ਰਸਨਾ ਸੁਹਾਈ, ਰਾਠਤ ਅਵ ਲਗੇ ਨਾਮ ਅਪਾਰਾ, ਤੁਮਰੋ ਤਉ ਨਾ ਪਾਵਤ ਪਾਰਾ। ਬਹੁਤ ਸਾਰੇ ਰਿਸ਼ੀ ਮੁਨੀ ਆਪ ਜੀ ਦੀ ਮਹਿਮਾ ਦਾ ਉਚਾਰਨ ਕਰਦੇ ਹਨ, ਪਰ ਉਹ ਵੀ ਅੰਤ ਨਹੀਂ ਪਾ ਸਕਦੇ। ਅੰਤ ਨਾ ਸਿਫਤੀ ਕਹਿਣ ਨਾ ਅੰਤ। ਹੇ ਵਾਹਿਗੁਰੂ ਜੀ, ਤੁਹਾਡੀ ਉਸਤਤ ਬੇਅੰਤ ਹੈ, ਅਤੇ ਅਸੀਂ ਆਪਣੇ ਮੁਖ ਤੋਂ ਆਪ ਜੀ ਦੀ ਮਹਿਮਾ ਨੂੰ ਉਚਾਰਨ ਨਹੀਂ ਕਰ ਸਕਦੇ। ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਅਨੂਪ ਰੂਪਾਵਤੀ ਲਾਸਾਨੀ ਸੁੰਦਰਤਾ ਦੇ ਮੁਜੱਸਮੇ ਹੋ। ਤੁਹਾਡੇ ਸੁੰਦਰ ਰੂਪ ਨੂੰ ਤੱਕ ਕੇ, ਸੋਹਣੇ ਦੀਦਾਰ ਨੂੰ ਵੇਖ ਕੇ ਨਾਨਕ ਬਲਿਹਾਰੀਆ
ਅਸੀਂ ਆਪ ਜੀ ਤੋਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਸੰਤ ਸਭਾ ਮਹਿ ਬੈਸ ਕੇ ਕੀਰਤ ਮੈਂ ਕਹਾਂ। ਹੇ ਵਾਹਿਗੁਰੂ ਜੀ, ਮੇਰਾ ਜੀ ਕਰਦਾ ਹੈ, ਮੇਰਾ ਦਿਲ ਚਾਹੁੰਦਾ ਹੈ, ਸੰਤ ਸਭਾ ਮੈਂ ਬੈਸ, ਸੰਤਾਂ ਦੀ ਸਭਾ ਸੋਬਤ ਵਿੱਚ ਬੈਠ ਕੇ, ਭਾਵ ਉਹ ਸੰਤ ਜਿਨ੍ਹਾਂ ਦਾ ਮਨ ਸ਼ਾਂਤ ਹੋਇਆ। ਸੰਤ ਅਨੰਤ ਹੈ, ਅੰਤਰ ਨਹੀਂ, ਜਿਹੜੇ ਵਾਹਿਗੁਰੂ ਵਿੱਚ ਅਭੇਦ ਹੋਏ ਨੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਐਸੇ ਜਿਹੜੇ ਮਹਾਂਪੁਰਖ ਨੇ, ਉਹਨਾਂ ਦੀ ਸਭਾ ਸੰਗਤ ਵਿੱਚ ਬੈਠ ਕੇ ਕੀਰਤ ਮੈਂ ਕਹਾਂ। ਮੇਰਾ ਜੀ ਕਰਦਾ ਕਿ ਮੈਂ ਆਪ ਜੀ ਦੀ ਕੀਰਤੀ, ਸਿਫਤ ਸਲਾਹ, ਆਪ ਜੀ ਦੀ ਉਸਤ, ਆਪ ਜੀ ਦੀ ਵਡਿਆਈ ਉਚਾਰਨ ਕਰਾਂ। ਅਰਪੀ ਸਭ ਸੀਗਾਰ ਇਹੋ ਜੀਓ ਸਭ ਦੇਵਾ। ਤੇ ਨਾਲ ਹੀ ਮਹਾਰਾਜ ਇਹ ਵੀ ਮੇਰੇ ਦਿਲ ਦਾ ਅਰਮਾਨ ਹੈ, ਮੈਂ ਸਾਰੇ ਸ਼ਿੰਗਾਰ ਵੀ ਆਪ ਜੀ ਨੂੰ ਅਰਪ ਦੇਵਾਂ। ਸੀਗਾਰ ਤੋਂ ਭਾਵ ਹੈ ਜਿਹੜੇ ਸਾਧਨ ਨੇ, ਵੈਰਾਗ, ਵਿਵੇਕ, ਖਟ ਸੰਪਤੀ, ਮੁਮੋਖਸ਼ਤਾ, ਇਹ 4 ਬਹਿਰੰਗ ਸਾਧਨ ਨੇ। ਸਰਵਣ, ਮੰਨਨ, ਨਿਧਿਆਸਨ, ਤਤਵੰਗ ਦਾ ਸੋਧਨ, ਇਹ ਅੰਤਰੰਗ ਸਾਧਨ ਨੇ। ਇਹ ਜਗਿਆਸੂ ਰੂਪ ਇਸਤਰੀ ਦੇ ਸ਼ਿੰਗਾਰ ਨੇ। ਅਰਪੀ ਸਭ ਸੀਗਾਰ, ਅਸੀਂ ਸਾਰੇ ਸਾਧਨਾਂ ਦੇ ਸ਼ਿੰਗਾਰ ਵੀ ਆਪ ਜੀ ਨੂੰ ਅਰਪਣ ਕਰ ਦਈਏ, ਅਥਵਾ ਜਿਹੜੇ ਧਾਰਮਿਕ ਚਿੰਨ੍ਹ ਨੇ, ਇਹ ਵੀ ਅਸੀਂ ਆਪ ਜੀ ਨੂੰ ਭੇਟਾ ਕਰ ਦਈਏ। ਤੇ ਜਾਂ ਸਿੱਖ ਧਰਮ ਦੇ ਜਿਹੜੇ 5 ਕਕਾਰ ਨੇ, ਨਿਸ਼ਾਨੇ ਸਿੱਖੀ 5 ਹਰ ਪਸਤ ਕਾਫ, ਹਰਗਿਜ਼ ਨਾ ਬਾਸ਼ਦ ਅਜ਼ੀ 5 ਮੁਆਫ, ਕੜਾ ਕਾਰ ਦੋ ਕਸ਼ ਕੰਗੇ ਬਿਦਾਂ, ਬਿਲਾ ਕੇਸ ਹੇਚ ਅਸ ਜੁਮਲੇ ਨਿਸ਼ਾਂ, ਇਹ 5 ਕਕਾਰ ਸਿੱਖੀ ਦੇ ਸ਼ਿੰਗਾਰ ਨੇ। ਇਹ ਵੀ ਅਸੀਂ ਆਪ ਜੀ ਨੂੰ ਭੇਟਾ ਕਰ ਦਈਏ। ਇੱਥੋਂ ਤੱਕ ਇਹੋ ਜੀਓ ਸਭ ਦਿਵਾ, ਇਹ ਜਿਹੜੀ ਜਿੰਦ ਜਾਨ ਹੈ, ਜੀਵ ਆਤਮਾ ਹੈ, ਇਹ ਵੀ ਮੈਂ ਆਪ ਜੀ ਨੂੰ ਭੇਟ ਕਰ ਦੇਵਾਂ। ਆਸ ਪਿਆਸੀ ਸੇਜ ਸੋ ਕੰਤ ਵਿਛਾਈ ਐ। ਹੇ ਵਾਹਿਗੁਰੂ ਜੀ, ਮੈਂ ਤੁਹਾਡੇ ਦਰਸ਼ਨਾਂ ਦੀ ਆਸਾ ਦੀ ਪਿਆਸੀ ਹਾਂ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰ ਕੀਨਿਆਈ। ਸੇਜ ਸੋ ਕੰਤ ਵਿਛਾਈ ਹੈ। ਹੇ ਪਤੀ ਪਰਮੇਸ਼ਰ ਜੀ, ਆਪ ਜੀ ਨੇ ਆਪਣੀ ਸੇਜਾ ਵਿਛਾਈ ਹੋਈ ਹੈ, ਤੁਸੀਂ ਮੇਰੀ ਉਡੀਕ ਕਰ ਰਹੇ ਹੋ, ਅਤੇ ਮੇਰੇ ਮਨ ਦੇ ਅੰਦਰ ਤੁਹਾਡੇ ਦਰਸ਼ਨਾਂ ਦੀ ਆਸ ਤੇ ਪਿਆਸ ਲੱਗੀ ਹੋਈ ਹੈ। ਹਰ ਹਾਂ ਮਸਤਕ ਹੋਵੇ ਭਾਗ, ਤਾਂ ਸਾਜਨ ਪਾਈਐ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਹਰ ਹਾਂ ਇਹ ਸ਼ਾਨ ਦੀ ਚਾਲ ਹੈ। ਦੂਸਰਾ ਹਰ ਹਾਂ, ਮਾਤਾ ਗੰਗਾ ਜੀ ਦੀ ਵੱਡੀ ਭੈਣ ਦਾ ਨਾਮ ਹਰਹਾਂ ਹੈ, ਉਹਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਜਾ ਰਿਹਾ ਹੈ। ਤੀਜਾ ਹਰਹਾਂ ਦਾ ਅਰਥ ਹੇ ਸਖੀ, ਹੇ ਭਾਈ ਵੀ ਵਿਦਵਾਨਾਂ ਨੇ ਕੀਤਾ ਹੈ। ਹਰਹਾਂ ਮਸਤਕ ਹੋਵੇ ਭਾਗ, ਹੇ ਭਾਈ, ਹੇ ਸਖੀ, ਮਸਤਕ ਹੋਵੇ ਭਾਗ। ਜਿਸ ਜੀਵ ਰੂਪ ਇਸਤਰੀ ਦੇ ਮੱਥੇ ਉੱਤੇ ਚੰਗਾ ਭਾਗ, ਕੋਈ ਸੰਜੋਗ ਲਿਖਿਆ ਹੁੰਦਾ ਹੈ, ਤਾਂ ਸਾਜਣ ਪਾਈਐ, ਅਤੇ ਉਹਨੂੰ ਪਾਏ ਸੱਜਣ ਸੁਹਿਰਦ ਸਾਥੀ, ਜੀਵਨ ਸਾਥੀ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿਲਦਾ ਹੈ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇ ਸਾਹੋ। ਉਹ ਸੱਜਣ ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਰ ਉਹਨਾਂ ਨੂੰ ਮਿਲਦਾ ਹੈ, ਜਿਨ੍ਹਾਂ ਦੇ ਮੱਥੇ 'ਤੇ ਚੰਗਾ ਭਾਗ ਜਾਗਦਾ ਹੈ। ਸਖੀ ਕਾਜਲ ਹਾਰ ਤੰਬੋਲ, ਸਭੈ ਕਿਛ ਸਾਜਿਆ। ਹੇ ਸਖੀ, ਦੇਖ ਲਓ ਜੀਵ ਇਸਤਰੀ ਨੇ ਕਾਜਲ, ਅੱਖਾਂ ਵਿੱਚ ਕੱਜਲ ਸੁਰਮਾ ਵੀ ਪਾਇਆ ਹੋਇਆ, ਗਲ ਦੇ ਵਿੱਚ ਮੋਤੀਆਂ ਦਾ ਅਥਵਾ ਫੁੱਲਾਂ ਦਾ ਹਾਰ ਵੀ ਪਾਇਆ ਹੋਇਆ, ਤੰਬੋਲ ਮੁਖ ਦੇ ਵਿੱਚ ਪਾਨਾਂ ਦੇ ਬੀੜੇ ਵੀ ਨੇ। ਸਭੈ ਕਿਛ ਸਾਜਿਆ, ਅਤੇ ਉਸਨੇ ਸਾਰਾ ਹਾਰ ਸ਼ਿੰਗਾਰ ਤਿਆਰ ਕਰਕੇ ਰੱਖਿਆ ਹੋਇਆ ਹੈ। ਸੋਲ ਹੈ ਕੀਏ ਸੀਗਾਰ ਕੇ ਅੰਜਨ ਪਾਜਿਆ। ਤੇ 16 ਤਰ੍ਹਾਂ ਦੇ ਉਸਨੇ ਕੁਦਰਤੀ ਸ਼ਿੰਗਾਰ ਵੀ ਧਾਰਨ ਕੀਤੇ ਹੋਏ ਨੇ। ਤੇ ਕਿਹਦਾ ਅਰਥ ਹੈ ਅਥਵਾ ਅੰਜਨ ਪਾਜਿਆ। ਅੰਜਨ ਦਾ ਅਰਥ ਹੈ ਸੁਰਮਾ ਵੀ, ਪਾਜਿਆ ਦਾ ਅਰਥ ਵੀ ਅੱਖਾਂ ਵਿੱਚ ਪਾਇਆ ਹੋਇਆ ਹੈ। ਭਾਵ ਕੋਈ ਵੀ ਇਸਤਰੀ
ਜਦੋਂ ਉਸ ਨੂੰ ਇਸ ਗੱਲ ਦੀ ਉਡੀਕ ਹੋਵੇ ਮੇਰਾ ਪਤੀ ਪਰਮੇਸ਼ਰ ਮੇਰੇ ਪਾਸ ਆਉਣ ਵਾਲਾ ਹੈ, ਤੇ ਉਸ ਦੇ ਆਉਣ ਦੀ ਖੁਸ਼ੀ ਦੇ ਵਿੱਚ ਉਹ ਸਾਰੇ ਹਾਰ ਸ਼ਿੰਗਾਰ ਤਿਆਰ ਕਰਕੇ ਤਿਆਰ ਬਰਤਿਆਰ ਹੋ ਕੇ ਬੈਠ ਜਾਂਦੀ ਹੈ। ਜੇ ਘਰ ਆਵੈ ਕੰਤ ਤਾਂ ਸਭ ਕਿਛ ਪਾਈਐ। ਲੋ ਗਰੀਬਨ ਆਵਾਜ਼ ਸਤਿਗੁਰੂ ਜੀ ਕਹਿੰਦੇ ਨੇ, ਜੇ ਕੰਤ ਪਤੀ ਪਰਮੇਸ਼ਰ ਉਸ ਇਸਤਰੀ ਦੇ ਘਰ ਦੇ ਵਿੱਚ ਆ ਜਾਵੇ ਤਾਂ ਸਭ ਕੁਝ ਉਸ ਨੂੰ ਪ੍ਰਾਪਤ ਹੋ ਜਾਂਦਾ। ਕਿਉਂ? ਜਦੋਂ ਪਤੀ ਆ ਜਾਂਦਾ ਤੇ ਸਭ ਕੁਝ ਉਹਦੇ ਨਾਲ ਹੀ ਆ ਜਾਂਦਾ ਨਾ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਜਦੋਂ ਪਤੀ ਪਰਮੇਸ਼ਰ ਘਰ ਦੇ ਵਿੱਚ ਆਉਂਦਾ ਤੇ ਸਾਰਾ ਕੁਝ ਹੀ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਹਰ ਹਾਂ ਕੰਤੈ ਬਾਝ ਸੀਗਾਰ ਸਭ ਬਿਰਥਾ ਜਾਈਐ। ਹਰ ਹਾਂ ਹੈ ਭਾਈ, ਹੈ ਸਖੀ, ਜੇ ਪਤੀ ਪਰਮੇਸ਼ਰ ਨਹੀਂ ਆਇਆ, ਨਹੀਂ ਮਿਲਿਆ, ਉਸ ਪਤੀ ਪਰਮੇਸ਼ਰ ਤੋਂ ਬਿਨਾਂ ਜਿੰਨਾ ਵੀ ਇਸਤਰੀ ਦਾ ਕੀਤਾ ਹਾਰ ਸ਼ਿੰਗਾਰ ਸਭ ਵਿਅਰਥ ਚਲਿਆ ਜਾਂਦਾ ਹੈ। ਇਸੇ ਤਰ੍ਹਾਂ ਅੰਤਰੀਵ ਅਰਥ ਮਹਾਂਪੁਰਖ ਇਸ ਛੰਦ ਦਾ, ਇਸ ਸ਼ਲੋਕ ਦਾ ਇਉਂ ਵੀ ਕਰਦੇ ਸਨ। ਸਖੀ ਕਾਜਲ ਹਾਰ ਤੰਬੋਲ ਸਭਾ ਕਿਛ ਸਾਜਿਆ। ਜੀਵ ਰੂਪ ਸਖੀ ਨੇ, ਕਾਜਲ ਕੱਜਲ ਤੋਂ ਭਾਵ ਹੈ ਸੁਰਮਾ, ਜਿਹੜੇ ਗਿਆਨਮਈ ਬਚਨ ਨੇ, ਗਿਆਨ ਅੰਜਨ ਗੁਰ ਦੀਆ, ਇਹ ਸੁਰਮਾ ਹੈ। ਹਾਰ ਹਰ ਹਰ ਕਰਨਾ, ਵਾਹਿਗੁਰੂ ਦਾ ਸਿਮਰਨ ਕਰਨਾ, ਇਹ ਹਾਰ ਹੈ। ਤੰਬੋਲ ਮਹਾਵਾਕ ਨੇ, ਅਹੰ ਬ੍ਰਹਮ ਅਸਮੀ ਤਤਵੰ ਮਸੀ ਪ੍ਰਗਿਆਨਮਾਨੰਦ ਬ੍ਰਹਮ ਅਯੰ ਆਤਮ ਬ੍ਰਹਮ, ਇਹ ਚਾਰ ਵੇਦਾਂ ਦੇ ਮਹਾਵਾਕ ਨੇ। ਤੇ ਇੱਧਰ ਗੁਰਬਾਣੀ ਦੇ ਜਿੰਨੇ ਗੁਰੂ ਦੇ ਸ਼ਬਦ ਨੇ ਸਾਰੇ ਮਹਾਵਾਕ ਨੇ। ਇਸੇ ਲਈ ਹਾਜੂਰ ਕਹਿੰਦੇ ਨੇ, ਪਾਨਾਂ ਦੇ ਬੀੜੇ ਮਹਾਵਾਕ ਵੀ ਨੇ। ਸਭਾ ਕਿਛ ਸਾਜਿਆ, ਜੀਵ ਰੂਪ ਇਸਤਰੀ ਨੇ ਤੇ ਆਪਣਾ ਸਾਰਾ ਹਾਰ ਸ਼ਿੰਗਾਰ ਤਿਆਰ ਕੀਤਾ ਹੋਇਆ ਹੈ। ਸੋਲਹਿ ਕੀਏ ਸੀਗਾਰ ਕੇ ਅੰਜਨ ਪਾਜਿਆ। ਜਿਹੜੇ 16 ਤਰ੍ਹਾਂ ਦੇ ਸ਼ਿੰਗਾਰ ਵੀ ਕੀਤੇ ਨੇ, ਜਿਹੜੇ 16 ਸ਼ਿੰਗਾਰ ਨੇ ਕੁਦਰਤੀ ਹੁੰਦੇ ਨੇ। ਇਹਦੇ ਬਾਰੇ ਮਹਾਂਪੁਰਖ ਇੱਕ ਉਦਾਹਰਣ ਦਿੰਦੇ ਸਨ। ਕਿਸੇ ਕਵੀ ਦਾ ਲਿਖਿਆ ਹੋਇਆ ਹੈ 16 ਸ਼ਿੰਗਾਰਾਂ ਦੇ ਸੰਬੰਧ ਵਿੱਚ, ਤ੍ਰੈ ਕਾਲੇ ਦੋ ਉਜਲੇ ਪਤਲੇ ਪੰਜ ਪ੍ਰਕਾਰ, ਚਾਰ ਕਠਨ ਦੋ ਚੀਕ ਨੇ 16 ਜਹੇ ਸ਼ਿੰਗਾਰ। ਅੰਤਰੀਵਾਰਥ ਮਹਾਂਪੁਰਖ ਇਹ ਕਰਦੇ ਸਨ, ਤ੍ਰੈ ਕਾਲੇ, ਤਿੰਨੇ ਕਾਲ ਵਾਹਿਗੁਰੂ ਦਾ ਸਿਮਰਨ ਕਰਨਾ। ਦੋ ਉਜਲੇ, ਇਹਦੇ ਨਾਲ ਕੀ ਹੁੰਦਾ, ਲੋਕ ਤੇ ਪ੍ਰਲੋਕ ਦੋਵੇਂ ਉਜਲ ਹੋ ਜਾਂਦੇ ਨੇ। ਪਤਲੇ ਪੰਜ ਪ੍ਰਕਾਰ, ਤੇ ਸਿਮਰਨ ਕਰਨ ਦੇ ਨਾਲ ਇਹ ਜਿਹੜੇ ਪੰਜ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵੀ ਪਤਲੇ ਪੈ ਜਾਂਦੇ ਨੇ, ਇਹ ਵੀ ਕਮਜ਼ੋਰ ਹੋ ਜਾਂਦੇ ਨੇ, ਇਹ ਵੀ ਵਸ ਹੋ ਜਾਂਦੇ ਨੇ। ਚਾਰ ਕਠਨ, ਤੇ ਜਿਹੜੇ ਵੈਰਾਗ ਵਿਵੇਕ ਖੜ ਸੰਪત્ਤੀ ਮੁਮੋਕਸ਼ਤਾ, ਇਹ ਜਿਹੜੇ ਚਾਰ ਸਾਧਨ ਨੇ ਇਹ ਬੜੇ ਕਠਨ ਨੇ ਤੇ ਇਹ ਪ੍ਰਾਪਤ ਹੋ ਜਾਂਦੇ ਨੇ। ਦੋਏ ਚੀਕ ਨੇ, ਮਨ ਤੇ ਬੁੱਧੀ, ਉਹ ਪ੍ਰੇਮ ਦੇ ਵਿੱਚ ਸਨਿਗਧ ਹੋ ਜਾਂਦੇ ਨੇ। ਇਹ 16 ਤਰ੍ਹਾਂ ਦੇ ਸ਼ਿੰਗਾਰ ਨੇ ਜਿਹੜਾ ਜਗਿਆਸੂ ਕਰਦਾ, ਤੇ ਉਹਦੇ ਜਿਹੜੇ 16 ਤਰ੍ਹਾਂ ਦੇ ਸ਼ਿੰਗਾਰ ਨੇ ਉਹ ਵੀ ਸਫਲ ਹੋ ਜਾਂਦੇ ਨੇ ਕਿ ਅੰਜਨ ਪਾਜਿਆ। ਤੇ ਜਿਹੜਾ ਉਸਨੇ ਗਿਆਨ ਦਾ ਸੁਰਮਾ ਅੱਖਾਂ ਦੇ ਵਿੱਚ ਪਾਇਆ ਹੋਇਆ ਉਹ ਵੀ ਉਹਦਾ ਸਫਲ ਹੋ ਜਾਂਦਾ ਹੈ। ਜੇ ਘਰ ਆਵੈ ਕੰਤ ਤਾਂ ਸਭ ਕਿਛ ਪਾਈਐ। ਜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਜੀਵ ਰੂਪ ਇਸਤਰੀ ਦੇ ਘਰ ਹਿਰਦੇ ਵਿੱਚ ਆ ਜਾਵੇ, ਭਾਵ ਕਿਸੇ ਵੀ ਰੂਹ ਦੇ, ਗੁਰਮੁਖ ਰੂਹ ਦੇ ਅੰਤਰ ਆਤਮਾ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੋ ਜਾਵੇ ਤਾਂ ਸਭ ਕੁਛ ਪਾਈਐ, ਤੇ ਫਿਰ ਉਹਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ। ਕਹੋ ਨਾਨਕ ਜਿਨ ਠਾਕੁਰ ਪਾਇਆ, ਸਭ ਕੁਛ ਤਿਸ ਕੇ ਗ੍ਰਹਿ ਮੈਂ ਆਇਆ। ਜਦੋਂ ਰੱਬ ਆ ਜਾਂਦਾ ਹੈ ਨਾ, ਬਾਕੀ ਕੁਝ ਪਿੱਛੇ ਨਹੀਂ ਰਹਿ ਜਾਂਦਾ, ਫਿਰ ਸਾਰਾ ਕੁਝ ਹੀ ਨਾਲ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਹਰ ਹਾਂ ਕੰਤੈ ਬਾਝ ਸੀਗਾਰ ਸਭ ਬਿਰਥਾ ਜਾਈਐ। ਹਰ ਹਾਂ ਹੈ ਪਾਈ ਹੈ ਸਕੀ ਪਤੀ ਪਰਮੇਸ਼ਰ ਤੋਂ ਬਿਨਾਂ ਜਿੰਨੇ ਹਾਰ ਸ਼ਿੰਗਾਰ ਨੇ, ਸਾਧਨ ਨੇ, ਉਹ ਸਾਰੇ ਵਿਅਰਥ ਚਲੇ ਜਾਂਦੇ ਨੇ। ਇਹਨਾਂ ਸਾਧਨਾਂ ਦੀ ਸਫਲਤਾ ਵੀ ਤਦ ਹੀ ਹੈ
ਜੇ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ। ਜਿਸ ਘਰ ਵਸਿਆ ਕੰਤ ਸਾ ਵਡ ਭਾਗਣੇ। ਲੋ ਜਿਸ ਘਰ ਦੇ ਵਿੱਚ ਕੰਤਪਤੀ ਪਰਮੇਸ਼ਰ ਆ ਕੇ ਵਸਿਆ ਹੈ, ਸਾ ਵਡ ਭਾਗਣੇ, ਵੀ ਉਹ ਜੀਵ ਰੂਪ ਇਸਤਰੀ ਵੱਡਿਆਂ ਭਾਗਾਂ ਵਾਲੀ ਬਣ ਜਾਂਦੀ ਹੈ। ਤਿਸ ਬਣਿਆ ਹਬ ਸੀਗਾਰ ਸਾਈ ਸੁਹਾਗਣੇ। ਉਹਦਾ ਸਾਰਾ ਕੀਤਾ ਹੋਇਆ ਸ਼ਿੰਗਾਰ ਵੀ ਬਣਿਆ ਦਾ ਅਰਥ ਬਣ ਜਾਂਦਾ ਹੈ, ਫੱਬ ਜਾਂਦਾ ਹੈ। ਜਿਸ ਜੀਵ ਰੂਪ ਇਸਤਰੀ ਦੇ ਘਰ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਆ ਜਾਂਦਾ ਹੈ, ਉਹਦਾ ਸਾਧਨਾ ਦਾ ਸ਼ਿੰਗਾਰ ਵੀ, ਧਾਰਮਿਕ ਚਿੰਨ੍ਹਾਂ ਦਾ ਵੀ ਸ਼ਿੰਗਾਰ, ਤੇ ਬਾਣੀ ਦੀ ਰਹਿਤ ਦਾ ਸ਼ਿੰਗਾਰ, ਭੈ ਤੇ ਭਾਉ ਦਾ ਸ਼ਿੰਗਾਰ ਉਹਦਾ ਸਫਲ ਹੋ ਜਾਂਦਾ ਹੈ। ਸਾਈ ਸੁਹਾਗਣੇ, ਫਿਰ ਉਹ ਸੁਹਾਗਵੰਤੀ ਬਣ ਜਾਂਦੀ ਹੈ। ਹਉ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ। ਗਰੀਬ ਨਿਵਾਜ ਸਤਿਗੁਰੂ ਜੀ ਇਸਤਰੀ ਰੂਪਕ ਅਲੰਕਾਰ ਵਿੱਚ ਇਹ ਉਪਦੇਸ਼ ਦੇ ਰਹੇ ਨੇ। ਮਨ ਆਸ ਪੁਰਾਈਆ, ਮੇਰੇ ਮਨ ਦੇ ਵਿੱਚ ਆਸਾ ਸੀ। ਆਸਾ ਕੀ ਸੀ? ਵੀ ਵਾਹਿਗੁਰੂ ਪਰਮੇਸ਼ਰ ਮਿਲ ਜਾਵੇ। ਇਹ ਮੇਰੇ ਮਨ ਵਿੱਚ ਆਸਾ ਸੀ, ਤੇ ਇਹ ਮੇਰੀ ਆਸਾ ਵਾਹਿਗੁਰੂ ਨੇ ਪੂਰੀ ਕਰ ਦਿੱਤੀ ਹੈ। ਹੁਣ ਜਦੋਂ ਵਾਹਿਗੁਰੂ ਪਰਮੇਸ਼ਰ ਮੇਰੇ ਘਰ ਵਿੱਚ ਆ ਗਿਆ ਹੈ, ਅੰਤਰ ਆਤਮਾ ਸਾਖਸ਼ਾਤ ਵਾਹਿਗੁਰੂ ਦੇ ਦਰਸ਼ਨ ਦੀਦਾਰ ਹੋਣ ਲੱਗ ਪਏ। ਹਉ ਸੁੱਤੀ ਹੋਏ ਅਚਿੰਤ, ਮੈਂ ਤੇ ਬੇਫਿਕਰ ਹੋ ਕੇ ਹੁਣ ਸੌਂ ਗਈ ਹਾਂ। ਭਾਵ ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਉਹ ਗੁਰਮੁਖ ਪਿਆਰੇ ਨਿਰਵਿਕਲਪ ਸਮਾਧੀ ਦੇ ਵਿੱਚ ਲੀਨ ਹੋ ਜਾਂਦੇ ਨੇ। ਇੱਕ ਸਾਵ ਵਿਕਲਪ ਸਮਾਧੀ ਹੁੰਦੀ ਹੈ, ਉਹਦੇ ਵਿੱਚ ਤੇ ਫੁਰਨਾ ਬਣਿਆ ਰਹਿੰਦਾ, ਅਤੇ ਨਿਰਵਿਕਲਪ ਸਮਾਧੀ ਦੇ ਵਿੱਚ ਫੁਰਨਾ ਵੀ ਮਿਟ ਜਾਂਦਾ। ਅਤੇ ਬੇਫਿਕਰ ਹੋ ਕੇ ਨਿਰਵਿਕਲਪ ਸਮਾਧੀ ਦੇ ਵਿੱਚ ਉਹ ਗੁਰਮੁਖ ਪਿਆਰੇ ਲੀਨ ਹੋਏ ਰਹਿੰਦੇ ਹਨ। ਹਰ ਹਾਂ ਜਾ ਕਰ ਆਇਆ ਕੰਤ ਤਾਂ ਸਭ ਕਿਛ ਪਾਈਆ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਹਰ ਹਾਂ ਜਾ ਕਰ ਆਇਆ ਕੰਤ। ਹਰ ਹਾਂ ਹੇ ਭਾਈ, ਜੇ ਸਾਡੇ ਘਰ ਦੇ ਵਿੱਚ ਕੰਤਪਤੀ ਪਰਮੇਸ਼ਰ ਆਪ ਆ ਗਿਆ, ਭਾਵ ਜੇ ਤੇ ਵਾਹਿਗੁਰੂ ਆਪ ਆ ਗਿਆ, ਤਾਂ ਸਭ ਕੁਛ ਪਾਈਆ, ਫਿਰ ਤੇ ਸਭ ਕੁਝ ਪ੍ਰਾਪਤ ਹੋ ਗਿਆ। ਪਰ ਇੱਕ ਗੱਲ ਯਾਦ ਰੱਖੋ, ਜਦੋਂ ਬਰਾਤ ਜਾਂਦੀ ਹੈ ਤੇ ਉਸ ਬਰਾਤ ਦੇ ਵਿੱਚ ਲਾੜੇ ਦਾ ਪਿਤਾ ਵੀ ਹੁੰਦਾ ਹੈ, ਉਹਦੇ ਚਾਚੇ ਤਾਏ ਮਾਮੇ ਫੁੱਫੜ ਆਦਿਕ ਰਿਸ਼ਤੇਦਾਰ ਵੀ ਹੁੰਦੇ ਨੇ, ਹੋਰ ਵੀ ਪਤਵੰਤੇ ਸੱਜਣ ਉਹਦੇ ਮਿੱਤਰ ਪਿਆਰੇ ਉਸ ਬਰਾਤ ਵਿੱਚ ਸ਼ਾਮਲ ਹੁੰਦੇ ਨੇ। ਪਰ ਜੇ ਉਸ ਬਰਾਤ ਵਿੱਚ ਲਾੜਾ ਗਾਇਬ ਹੋ ਜਾਵੇ ਤੇ ਬਰਾਤ ਦਾ ਕੌਡੀ ਵੀ ਮੁੱਲ ਨਹੀਂ ਪੈਂਦਾ, ਬਲਕਿ ਕਈ ਵਾਰੀ ਬਰਾਤ ਨੂੰ ਬਰੰਗ ਵੀ ਪਰਤਣਾ ਪੈ ਜਾਂਦਾ। ਇਸੇ ਲਈ ਬਰਾਤ ਦੀ ਸ਼ਮੂਲੀਅਤ ਵਿੱਚ ਲਾੜੇ ਦੀ ਖਾਸ ਅਹਿਮੀਅਤ ਸਮਝੀ ਜਾਂਦੀ ਹੈ। ਲਾੜੇ ਤੋਂ ਬਿਨਾਂ ਬਰਾਤ ਸ਼ੋਭਦੀ ਨਹੀਂ। ਇਸੇ ਲਈ ਹਾਜੂਰ ਕਹਿੰਦੇ, ਜੇ ਤਾਂ ਵਾਹਿਗੁਰੂ ਪਰਮੇਸ਼ਰ ਲਾੜਾ ਕਰੇ ਆ ਜਾਵੇ, ਫਿਰ ਤੇ ਸਭ ਕੁਛ ਪ੍ਰਾਪਤ ਹੋ ਜਾਂਦਾ ਹੈ। ਹਾਲਤ ਸੁਖ ਪਾਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਪਰ ਜੇ ਲਾੜਾ ਘਰ ਨਹੀਂ ਆਇਆ, ਤੇ ਹੋਰ ਜਿੰਨੇ ਮਰਜ਼ੀ ਬਰਾਤੀ ਲਾਗੀ ਆਈ ਜਾਣ, ਉਹਨਾਂ ਦੇ ਨਾਲ ਮਨ ਨੂੰ ਸੰਤੁਸ਼ਟੀ ਨਹੀਂ ਪ੍ਰਾਪਤ ਹੁੰਦੀ, ਮਨ ਨੂੰ ਅਸਲੀ ਪ੍ਰਸੰਨਤਾ ਨਹੀਂ ਹਾਸਲ ਹੋ ਸਕਦੀ। ਆਸਾ ਇਤੀ ਆਸ਼ਿਕ ਆਸ ਪੁਰਾਈਐ। ਲੋ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਆਸਕ, ਮੈਂ ਆਸ਼ਕ, ਕੱਕੇ ਨੂੰ ਸਿਹਾਰੀ ਇਸਤਰੀ ਲਿੰਗਵਾਚਕ ਸਮਝਣਾ, ਮੈਂ ਉਸ ਵਾਹਿਗੁਰੂ ਪਰਮੇਸ਼ਰ ਦੀ ਆਸ਼ਕ ਹਾਂ। ਆਸਾ ਇਤੀ, ਮੇਰੇ ਮਨ ਦੇ ਵਿੱਚ ਉਹਦੇ ਮਿਲਣ ਦੀ ਇੰਨੀ ਆਸ ਹੈ, ਮੈਂ ਬਿਆਨ ਨਹੀਂ ਕਰ ਸਕਦੀ। ਆਸ ਪੁਰਾਈ ਹੈ, ਅਤੇ ਮੇਰੇ ਮਨ ਦੀ ਤਮੰਨਾ ਹੈ, ਅਤੇ ਅਰਦਾਸ ਵੀ ਕਰਦੀ ਹਾਂ, ਹੇ ਵਾਹਿਗੁਰੂ ਤੁਸੀਂ ਮੇਰੇ ਮਨ ਦੀ ਆਸ ਇੱਛਾ ਪੂਰੀ ਕਰ ਦਿਓ। ਸਤਿਗੁਰ ਭਏ ਦਇਆਲ ਤਾ ਪੂਰਾ ਪਾਈਐ। ਆਖਿਰ ਗੁਰਮੁਖਾਂ ਤੋਂ ਪਤਾ ਲੱਗਿਆ ਵੀ ਸਤਿਗੁਰੂ ਦਰਗਾਹੀ ਵਸੀਠ ਨੇ, ਉਹਨਾਂ ਦੇ ਪਾਸ ਜਾਓ। ਅਸੀਂ ਸਤਿਗੁਰੂ ਦੇ ਚਰਨਾਂ ਵਿੱਚ ਆ ਗਏ, ਗੁਰੂ ਦੀ ਸਿੱਖੀ ਨੂੰ ਧਾਰਨ ਕੀਤਾ, ਗੁਰੂ ਦੀ ਸਿੱਖਿਆ ਨੂੰ ਕਮਾਇਆ, ਫਿਰ ਸਤਿਗੁਰੂ ਸਾਡੇ 'ਤੇ ਦਇਆਲ ਮਿਹਰਬਾਨ ਹੋ ਗਏ। ਜਦੋਂ ਸਤਿਗੁਰੂ ਦਿਆਲ ਹੋਏ ਤਾਂ ਪੂਰਾ ਪਾਇਆ, ਫਿਰ ਉਹਦਾ ਫਲ ਅਸੀਂ ਪੂਰੇ ਪ੍ਰਭੂ ਨੂੰ
ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ। ਮੈਂ ਤਨ ਅਵਗਣ ਬਹੁਤ ਕੇ ਅਵਗਣ ਛਾਇਆ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਮੇਰੇ ਤਨ ਸਰੀਰ ਵਿੱਚ ਅਵਗਣ ਬਹੁਤ ਹੀ ਔਗਣ ਸਨ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰਹੁ ਕਿਛ ਮਿਹਰਿਓ ਪਾਵਹੁ, ਡੁੱਬਦੇ ਪੱਥਰ ਤਾਰੇ। ਮੇਰੇ ਸਰੀਰ ਵਿੱਚ ਬਹੁਤ ਹੀ ਔਗਣ ਸਨ। ਕੀ ਅਵਗਣ ਛਾਇਆ ਕਿ ਅਥਵਾ ਮੇਰਾ ਸਰੀਰ ਔਗਣਾਂ ਦੇ ਨਾਲ ਹੀ ਛਾਇਆ ਲਵਾ ਲਵ ਭਰਿਆ ਹੋਇਆ ਸੀ। ਛਾਇਆ ਸ਼ਬਦ ਆਪਾਂ ਅਕਸਰ ਆਪਣੀ ਬੋਲੀ ਵਿੱਚ ਵੀ ਵਰਤਦੇ ਹਾਂ, ਫਲਾਨਾ ਤੇ ਛਾ ਗਿਆ। ਹਾਜ਼ੂਰ ਕਹਿੰਦੇ ਨੇ ਮੇਰੇ ਤਨ ਵਿੱਚ ਔਗਣ ਸਨ ਅਤੇ ਇੰਨੇ ਔਗਣ ਸਨ ਅਤੇ ਉਹਨਾਂ ਔਗਣਾਂ ਦੇ ਨਾਲ ਮੇਰਾ ਸਾਰਾ ਸਰੀਰ ਢਕਿਆ ਗਿਆ। ਹਰ ਹਾਂ ਸਤਿਗੁਰ ਭਏ ਦਇਆਲ, ਤਾ ਮਨ ਠਹਿਰਾਇਆ। ਹਰ ਹਾਂ ਹੇ ਸਖੀ, ਹੇ ਭਾਈ, ਜਦੋਂ ਸਤਿਗੁਰੂ ਸਾਡੇ 'ਤੇ ਦਿਆਲ ਹੋਏ, ਪ੍ਰਸੰਨ ਹੋਏ ਤਾਂ ਮਨ ਠਹਿਰਾਇਆ। ਫਿਰ ਸਾਡਾ ਜਿਹੜਾ ਭਟਕਦਾ ਮਨ ਸੀ ਉਹ ਟਿਕ ਗਿਆ। ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਮਨ ਦਾ ਸੁਭਾਅ ਬਹੁਤ ਚੰਚਲ ਹੈ ਨਾ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਇਹ ਮਨ ਉੱਡਣ ਪੰਖੇਰੂ ਬਨਕਾ। ਇਹ ਜੰਗਲ ਦੇ ਪੰਛੀ ਵਾਂਗੂ ਇਹ ਸਾਡਾ ਮਨ ਕਦੇ ਕਿਸੇ ਬਿਰਛ 'ਤੇ, ਕਦੇ ਕਿਸੇ ਟਾਹਣੀ 'ਤੇ, ਕਦੇ ਕਿਸੇ ਫੁੱਲ 'ਤੇ ਜਾ ਕੇ ਬੈਠਦਾ ਹੈ। ਹਾਜ਼ੂਰ ਕਹਿੰਦੇ ਜਦੋਂ ਸਤਿਗੁਰੂ ਦੀ ਪ੍ਰਸੰਨਤਾ ਹੋਈ ਤਾਂ ਇਹ ਸਾਡਾ ਮਨ ਟਿਕ ਗਿਆ। ਕਹੋ ਨਾਨਕ ਬੇਅੰਤ ਬੇਅੰਤ ਧਿਆਇਆ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਬੇਅੰਤ ਹੈ, ਅੰਤ ਤੋਂ ਪਰੇ ਹੈ, ਅਤੇ ਅਸੀਂ ਉਸ ਬੇਅੰਤ ਵਾਹਿਗੁਰੂ ਨੂੰ ਧਿਆਇਆ ਹੈ। ਕਿੰਨਾ ਕੁ ਧਿਆਇਆ ਹੈ? ਬੇਅੰਤ ਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਇਆ ਹੈ। ਅਥਵਾ ਉਹ ਵਾਹਿਗੁਰੂ ਬੇਅੰਤ ਸੀ ਅਤੇ ਬੇਅੰਤ ਜਾਣ ਕੇ ਹੀ ਅਸੀਂ ਉਸ ਨੂੰ ਧਿਆਇਆ ਹੈ। ਉਸ ਵਾਹਿਗੁਰੂ ਦਾ ਅੰਤ ਤਾਂ ਕੋਈ ਪਾ ਨਹੀਂ ਸਕਦਾ। ਬੇਅੰਤ ਕਹਿਣਾ ਹੀ ਉਸ ਦਾ ਅੰਤ ਪਾਉਣਾ ਹੈ। ਇਸੇ ਲਈ ਹਾਜ਼ੂਰ ਕਹਿੰਦੇ ਉਹ ਵਾਹਿਗੁਰੂ ਬੇਅੰਤ ਸੀ। ਬੇਅੰਤ ਕਹਿ ਕੇ ਅਸੀਂ ਉਸ ਨੂੰ ਧਿਆਇਆ, ਯਾਦ ਕੀਤਾ। ਦੁੱਤਰ ਇਹੋ ਸੰਸਾਰ ਸਤਿਗੁਰੂ ਤਰਾਇਆ। ਲਓ ਇਉਂ ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਨਾਮ ਦਾ ਬੇੜਾ ਬਖਸ਼ਿਸ਼ ਕਰ ਦਿੱਤਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰੇ ਉਤਾਰਨ ਹਾਰ। ਨਾਮ ਜਹਾਜ਼ ਹੈ, ਗੁਰੂ ਇਸ 'ਤੇ ਮਲਾਹ ਨੇ। ਦੁੱਤਰ ਇਹੋ ਸੰਸਾਰ ਸਤਿਗੁਰੂ ਤਰਾਇਆ। ਸਤਿਗੁਰੂ ਮਲਾਹ ਸਨ ਅਤੇ ਉਹਨਾਂ ਨੇ ਨਾਮ ਦੇ ਬੇੜੇ 'ਤੇ ਚੜ੍ਹਾ ਕੇ ਇਹ ਸੰਸਾਰ, ਜਿਸ ਨੂੰ ਤਰਨਾ ਦੁੱਤਰ ਬਹੁਤ ਕਠਿਨ ਸੀ, ਬੜਾ ਔਖਾ ਸੀ, ਇਸ ਭਵ ਸਾਗਰ ਨੂੰ ਤਰਾਇਆ, ਤਾਰ ਦਿੱਤਾ। ਇਹਦਾ ਮਤਲਬ ਇਹ ਹੈ ਵੀ ਸਤਿਗੁਰੂ ਨੇ ਕਿਰਪਾ ਕੀਤੀ, ਇਸ ਔਖੇ ਤਰੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਸਾਨੂੰ ਪਾਰ ਕਰ ਦਿੱਤਾ। ਮਿਟਿਆ ਆਵਾ ਗੌਣ ਜਾਂ ਪੂਰਾ ਪਾਇਆ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਾ ਪੂਰਾ ਪਾਇਆ। ਅਨਵੇਂ ਕਰਕੇ ਅਰਥ ਲੱਗੇਗਾ, ਜਦੋਂ ਪੂਰਾ ਪ੍ਰਭੂ, ਪੂਰਨ ਸਰਬ ਗੁਣ ਭਰਪੂਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿਲ ਗਿਆ। ਮਿਟਿਆ ਆਵਾ ਗਵਨ, ਅਤੇ ਸਾਡਾ ਆਵਾ ਗਵਨ 84 ਦਾ ਚੱਕਰ ਵੀ ਮਿਟ ਗਿਆ। ਕਿਉਂ? ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਇਹ ਜਿਹੜਾ 84 ਦਾ ਚੱਕਰ ਹੈ ਨਾ, ਜਨਮ ਮਰਨ ਦਾ, ਆਵਾ ਗਵਨ ਦਾ, ਵੀ ਇਹ ਉਦੋਂ ਮਿਟਦਾ ਹੈ ਜਦੋਂ ਜੀਵ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰ ਲਵੇ। ਹਰ ਹਾਂ ਅੰਮ੍ਰਿਤ ਹਰ ਕਾ ਨਾਮ, ਸਤਿਗੁਰ ਤੇ ਪਾਇਆ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਹਰ ਹਾਂ ਹੇ ਭਾਈ, ਹੇ ਸਖੀ, ਉਸ ਵਾਹਿਗੁਰੂ ਦਾ ਨਾਮ ਅੰਮ੍ਰਿਤ ਰੂਪ ਹੈ। ਅੰਮ੍ਰਿਤ ਵਾਂਗੂ ਮਿੱਠਾ ਵੀ ਹੈ ਅਤੇ ਅੰਮ੍ਰਿਤ ਤੋਂ ਭਾਵ ਹੈ ਮੌਤ ਦੇ ਡਰ ਨੂੰ ਦੂਰ ਕਰਨ ਵਾਲਾ ਹੈ। ਅਥਵਾ ਅੰਮ੍ਰਿਤ ਅਮਰ ਜੀਵਨ, ਆਤਮਕ ਜੀਵਨ ਬਖਸ਼ਿਸ਼ ਕਰਨ ਵਾਲਾ ਹੈ। ਉਹ ਨਾਮ ਸਤਿਗੁਰ 'ਤੇ ਪਾਇਆ, ਅਸੀਂ ਭਾਈ ਸਤਿਗੁਰੂ ਤੋਂ ਪ੍ਰਾਪਤ ਕੀਤਾ ਹੈ। ਮੇਰੇ ਹਾਥ ਪਦਮ
ਆਂਗਨ ਸੁਖ ਬਾਸਨਾ। ਲੋ ਗਰੀਬ ਨਵਾਜ ਸਤਿਗੁਰੂ ਜੀ ਇਸਤਰੀ ਰੂਪਕ ਅਲੰਕਾਰ ਵਿੱਚ ਫਰਮਾਉਂਦੇ ਹਨ, ਮੇਰਾ ਹਾਥ ਪਦਮ, ਮੇਰੇ ਹੱਥ ਵਿੱਚ ਪਦਮ ਕਬਲ ਦੀ ਰੇਖਾ ਹੈ, ਤੇ ਆਂਗਣ ਸੁਖ ਬਾਸਨਾ, ਮੇਰੇ ਹਿਰਦੇ ਰੂਪੀ ਵਿਹੜੇ ਦੇ ਵਿੱਚ ਵਾਹਿਗੁਰੂ ਦੀ ਭਗਤੀ ਦੀ ਤੇ ਆਤਮਕ ਸੁਖ ਦੀ ਸੁਗੰਧੀ ਮਹਿਕ ਰਹੀ ਹੈ। ਭਾਵ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਤੇ ਫਿਰ ਇਹ ਸੁਭਾਗ ਜੁੜਦੇ ਨੇ। ਸਾਡੇ ਹੱਥ ਦੇ ਵਿੱਚ ਕਮਲ ਦੀ ਰੇਖਾ ਪੈਦਾ ਹੋ ਜਾਂਦੀ ਹੈ ਤੇ ਸਾਡੇ ਹਿਰਦੇ ਰੂਪੀ ਵਿਹੜੇ ਦੇ ਵਿੱਚ ਭਗਤੀ ਦੀ ਮਹਿਕ ਤੇ ਆਤਮਕ ਸੁਖ ਦੀ ਸੁਗੰਧੀ ਫੈਲ ਜਾਂਦੀ ਹੈ। ਸਖੀ ਮੂਰੈ ਕੰਠ ਰਤਨ, ਪੇਖ ਦੁਖ ਨਾਸਨਾ। ਐ ਸਖੀ, ਮੇਰੇ ਕੰਠ ਗਲ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਰਤਨ ਸੋਭ ਰਿਹਾ ਹੈ। ਜਿਵੇਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ, ਮੇਰਾ ਹੀਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਵੇਖ ਦੁਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਆਮੋਲ। ਇਹ ਨਾਮ ਹੀ ਅਮੋਲਕ ਰਤਨ ਹੈ, ਇਹ ਸਾਡੇ ਕੰਠ ਦੇ ਵਿੱਚ ਫਬ ਰਿਹਾ ਹੈ। ਹਾਜ਼ੂਰ ਫਰਮਾਉਂਦੇ ਨੇ, ਪੇਖ ਦੁਖ ਨਾਸਨਾ, ਤੇ ਅਸੀਂ ਉਸ ਵਾਹਿਗੁਰੂ ਦੇ ਦੀਦਾਰ ਕਰਕੇ ਸਾਰੇ ਦੁੱਖਾਂ ਨੂੰ ਨਾਸ਼ ਕਰ ਲਿਆ ਹੈ। ਬਾਸੋ ਸੰਗ ਗੋਪਾਲ, ਸਗਲ ਸੁਖ ਰਾਸ ਹਰ। ਤੇ ਹੁਣ ਅਸੀਂ ਉਸ ਗੋਪਾਲ ਪ੍ਰਿਥਵੀ ਦੇ ਪਾਲਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਵਸਦੇ ਹਾਂ। ਭਾਵ ਹੁਣ ਸਾਡਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ ਹੈ। ਹੁਣ ਅਸੀਂ ਉਹਦੇ ਨਾਲ ਹੀ ਹਮੇਸ਼ਾ ਰਹਿੰਦੇ ਹਾਂ। ਕਿਉਂ? ਇੱਕ ਵਾਹਿਗੁਰੂ ਦਾ ਅਸੂਲ ਹੈ, ਸਖੀ ਵਸੇ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ। ਬਾਸੋਂ ਸੰਗ ਗੋਪਾਲ, ਅਸੀਂ ਵਾਹਿਗੁਰੂ ਦੇ ਨਾਲ ਹੀ ਰਹਿੰਦੇ ਹਾਂ। ਸਗਲ ਸੁਖ ਰਾਸ ਹਰ, ਉਹ ਵਾਹਿਗੁਰੂ ਸਾਰੇ ਸੁੱਖਾਂ ਦੀ ਖਾਣ ਹੈ, ਸਾਰੇ ਸੁੱਖਾਂ ਦਾ ਭੰਡਾਰ ਹੈ। ਹਰ ਹਾਂ ਰਿੱਧ ਸਿੱਧ ਨਵ ਨਿਧ, ਬਸਹਿ ਜਿਸ ਸਦਾ ਕਰ। ਗਰੀਬ ਨਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਹਰ ਹਾਂ ਹੈ ਸਖੀ ਹੈ ਭਾਈ, ਉਸ ਵਾਹਿਗੁਰੂ ਪਰਮੇਸ਼ਰ ਦੇ ਪਾਸ ਕਿਹੜੀਆਂ ਚੀਜ਼ਾਂ ਨੇ? ਰਿੱਧ ਸਿੱਧ ਨਵ ਨਿਧ, ਰਿੱਧੀਆਂ ਵੀ ਵਾਹਿਗੁਰੂ ਦੇ ਕੋਲ ਨੇ, ਸਿੱਧੀਆਂ ਵੀ ਉਹਦੇ ਪਾਸ ਨੇ, ਤੇ ਨੌਨਿਧੀਆਂ ਵੀ ਬਸੈਂ ਜੇ ਸਦਾ ਕਰ, ਹਮੇਸ਼ਾ ਲਈ ਕਾਰੋ ਦੇ ਹੱਥ ਦੇ ਉੱਤੇ ਵਸਦੀਆਂ ਨੇ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਿੱਧ ਸਿੱਧ ਨਵਨਿਧ ਦੇ ਬਾਰੇ ਮਹਾਂਪੁਰਖ ਵਤਰੇਕਵੀਂ ਵਿਚਾਰ ਇਹ ਸਰਵਣ ਕਰਵਾਉਂਦੇ ਸਨ। ਰਿੱਧੀ ਤੋਂ ਭਾਵ ਹੁੰਦਾ ਹੈ ਕੋਈ ਸ਼ਬਦ ਸਿੱਧੀ ਕਰਨੀ, ਕਿਸੇ ਮੰਤਰ ਦਾ ਜਾਪ ਕਰਨਾ, 5 ਅਕਸੇਰ ਅੰਨ ਲੈ ਕੇ ਉਹਨੂੰ ਉੱਪਰੋਂ ਭੋਜਨ ਤਿਆਰ ਕਰਨਾ ਤੇ ਢੱਕ ਦੇਣਾ, ਫਿਰ ਉਹਦੇ ਕੋਲੇ ਬੈਠ ਕੇ ਸ਼ਬਦ ਦਾ, ਸਲੋਕ ਦਾ ਜਾਂ ਕਿਸੇ ਮੰਤਰ ਦਾ ਜਾਪ ਕਰਨਾ। ਜਿੰਨੀ ਮਰਜ਼ੀ ਦੁਨੀਆ ਲੰਗਰ ਛਕੀ ਜਾਵੇ, ਭੰਡਾਰਾ ਮੁੱਕਣ ਨਾ ਦੇਣਾ, ਇਹਨੂੰ ਰਿੱਧੀ ਕਹਿੰਦੇ ਨੇ। ਅੰਨ ਦੀ ਅਤੋਟਤਾ। ਸਿੱਧ ਤੋਂ ਭਾਵ ਹੈ ਜਿਹੜੀਆਂ ਯੋਗਿਕ ਸ਼ਕਤੀਆਂ ਨੇ, ਯੋਗ ਸਾਧਨਾ ਦੁਆਰਾ ਪ੍ਰਾਪਤ ਹੁੰਦੀਆਂ। ਵੈਸੇ ਉਹਨਾਂ ਦੀ ਗਿਣਤੀ 18 ਮੰਨੀ ਗਈ ਹੈ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ। 8 ਉਹਨਾਂ ਦੇ ਵਿੱਚੋਂ ਮੁੱਖ ਨੇ। ਜਿਹੜੀਆਂ 8 ਮੁੱਖ ਸਿੱਧੀਆਂ ਨੇ ਉਹਨਾਂ ਦੇ ਬਾਰੇ ਮਹਾਂਪੁਰਖੇ ਵਿਚਾਰ ਦੱਸਦੇ ਸਨ। ਅਣਮਾ ਮਹਿਮਾ ਗਰਮਤਾ, ਲਗਮਾ ਪ੍ਰਾਪਤ ਜਾਨ, ਵਸੀ ਕਰਨ ਪੁਨ ਈਖਤਾ, ਅਸ਼ਟ ਸਿੱਧ ਕੇ ਨਾਮ। ਇਹ ਸਿੱਧੀਆਂ ਦੇ ਨਾਮ ਨੇ। ਨੌਨਿਧੀਆਂ ਕਿਹੜੀਆਂ ਨੇ? ਜਿਹੜੇ ਦੁਨਿਆਵੀ ਪਦਾਰਥਾਂ ਦੀ ਬਹੌਲਤਾ ਨੂੰ ਨੌਨਿਧੀਆਂ ਕਿਹਾ ਜਾਂਦਾ। ਅਸਨ ਬਸਨ ਪੁਨ ਕਨਕ ਪੂ, ਦਾਸੀ ਚੌਪ ਗੁਲਾਮ, ਰਥਵਾਹੇ ਹਡਵਾਹੇ ਜਾਨੀਆਂ, ਜਹ ਨਵਨਿਧ ਕੇ ਨਾਮ। ਇਹ ਰਿੱਧੀਆਂ ਅੰਨ ਦੀ ਅਤੋੜਤਾ, ਸਿੱਧੀਆਂ ਯੋਗਿਕ ਸ਼ਕਤੀਆਂ ਤੇ ਨੌਨਿਧੀਆਂ ਸੰਸਾਰ ਦੇ ਪਦਾਰਥਾਂ ਦੀ ਬਹੌਲਤਾ ਹੋਣੀ, ਇਹ ਸਭ ਰਿੱਧੀਆਂ ਸਿੱਧੀਆਂ ਨੌਨਿਧੀਆਂ ਵਾਹਿਗੁਰੂ ਦੇ ਹੱਥ ਵਿੱਚ ਵਸਦੀਆਂ ਹਨ। ਪਾਰਤਰੇ ਰਾਵਣ ਜਾਹੇ, ਸਈ ਤਾ ਲਾਜੀਐ ਹੈ। ਲੋਕ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਲੋਕਾਂ ਦੇ ਵਿਆਹ ਵੀ ਹੋ ਜਾਂਦੇ ਨੇ
ਪਰ ਉਹਨਾਂ ਦਾ ਸੁਭਾਅ ਕਾਬੂ ਵਿੱਚ ਨਹੀਂ ਰਹਿੰਦਾ। ਜਿਵੇਂ ਪਸ਼ੂਆਂ ਦਾ ਸੁਭਾਅ ਹੁੰਦਾ, ਆਪਣੀ ਖੁਰਲੀ ਵਿੱਚ ਪੱਠੇ ਪਏ ਵੀ ਹੋਣ ਨਾ, ਫਿਰ ਵੀ ਦੂਸਰੇ ਪਾਸੇ ਮੂੰਹ ਮਾਰਦੇ ਨੇ, ਹਰੀਆਂ ਹਰੀਆਂ ਚਰਨ ਦਾ ਸੁਭਾਅ ਬਣਿਆ ਹੁੰਦਾ। ਪਰ ਸਿੱਖੀ ਦਾ ਇੱਕ ਅਸੂਲ ਹੈ, ਜਿਸ ਬੀਬੀ ਦੇ ਨਾਲ ਆਨੰਦ ਕਾਰਜ ਹੋਇਆ ਹੋਵੇ ਉਹ ਧਰਮ ਪਤਨੀ ਹੁੰਦੀ ਹੈ, ਅਤੇ ਉਹਦੇ ਨਾਲ ਹੀ ਸਾਨੂੰ ਪ੍ਰੇਮ ਕਰਨਾ ਚਾਹੀਦਾ। ਅਤੇ ਬਾਕੀ ਜਿਹੜੀਆਂ ਹੋਰ ਬੀਬੀਆਂ ਨੇ, ਅਤੇ ਉਹਨਾਂ ਨੂੰ ਇਹ ਗੁਰੂ ਦੀ ਸਿੱਖਿਆ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਭਾਈ ਗੁਰਦਾਸ ਜੀ ਨੇ ਸਿੱਖਿਆ ਦਿੱਤੀ ਹੈ। ਰਹਿਤਨਾਮੇ ਵਿੱਚ ਬਚਨ ਆਉਂਦੇ ਨੇ, ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ, ਆਪਣੀ ਇਸਤਰੀ ਸੋਂ ਰਤ ਹੋਈ, ਰਹਿਤਵਾਨ ਸਿੰਘ ਹੈ ਸੋਈ। ਪਰਾਈ ਇਸਤਰੀ ਨੂੰ ਮਾਤਾ ਧੀ ਭੈਣ ਬਰਾਬਰ ਸਮਝਣਾ ਅਤੇ ਆਪਣੀ ਇਸਤਰੀ ਨਾਲ ਪ੍ਰੇਮ ਕਰਨਾ ਚਾਹੀਦਾ। ਕਲਗੀਧਰ ਪਾਤਸ਼ਾਹ ਨੇ ਵੀ ਇਹ ਸਿੱਖਿਆ ਦਿੱਤੀ ਹੈ। ਸਾਹਿਬਾਂ ਦੇ ਬਚਨ ਆਉਂਦੇ ਨੇ, ਸੁਧ ਜਬ ਤੇ ਹਮ ਤਰੀ ਬਚਨ ਗੁਰ ਦਏ ਹਮਾਰੇ, ਪੂਤ ਇਹ ਪ੍ਰਣ ਤੋਏ ਪ੍ਰਣ ਜਬ ਲਗ ਕਟ ਥਾਰੇ, ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਬਢਈਓ, ਹੋ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਈਓ। ਸੁਪਨੇ ਦੇ ਵਿੱਚ ਵੀ ਪਰਾਈ ਇਸਤਰੀ ਦੇ ਸੇਜਾਂ 'ਤੇ ਜਾਣਾ ਮਨਾ ਕੀਤਾ ਹੋਇਆ। ਇਸੇ ਲਈ ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਪਰ ਤੇਰੇ ਰਾਵਣ ਜਾਏ, ਜਿਹੜੇ ਪਰਾਈਆਂ ਇਸਤਰੀਆਂ ਨੂੰ ਭੋਗਣ ਵਾਸਤੇ ਜਾਂਦੇ ਨੇ, ਜਿਹੜੇ ਉਹਨਾਂ ਨੂੰ ਬਲਾਤਕਾਰੀ ਕਿਹਾ ਜਾ ਸਕਦਾ ਹੈ, ਵਿਕਾਰੀ ਵਿਭਚਾਰੀ ਕਿਹਾ ਜਾ ਸਕਦਾ ਹੈ, ਸਹੀ ਤਾਂ ਲਾਜੀਐ, ਫਿਰ ਉਹਨਾਂ ਨੂੰ ਤੇਲ ਦੇ ਕੜਾਹਿਆਂ ਦੇ ਵਿੱਚ ਤਾਂ ਲਾਜੀਐ ਤਲਿਆ ਜਾਂਦਾ, ਇਹ ਉਹਨਾਂ ਨੂੰ ਸਜ਼ਾ ਮਿਲਦੀ ਹੈ। ਇਸ ਲਈ ਸਾਨੂੰ ਗੁਰੂ ਮਹਾਰਾਜ ਦੀ ਸਿੱਖਿਆ 'ਤੇ ਹੀ ਅਮਲ ਕਰਨਾ ਚਾਹੀਦਾ ਹੈ। ਹਾਜ਼ੂਰ ਫਰਮਾਉਂਦੇ ਹਨ, ਦੂਸਰਾ ਇਹਦਾ ਪਾਠ ਤਾਂ ਵੱਖਰਾ ਕਰਕੇ ਵੀ ਵਿਦਵਾਨਾਂ ਨੇ ਕੀਤਾ, ਜੋ ਪਰਾਈਆਂ ਇਸਤਰੀਆਂ ਨੂੰ ਭੋਗਣ ਵਾਸਤੇ ਜਾਂਦੇ ਨੇ, ਫਿਰ ਜਦੋਂ ਕਿਧਰੇ ਫੜੇ ਜਾਂਦੇ ਨੇ, ਸਹੀ ਤਾਂ ਲਾਜੀਐ, ਫਿਰ ਉਹਨਾਂ ਨੂੰ ਲਾਜੀਐ ਲੱਜਿਆਵਾਨ ਸ਼ਰਮਸਾਰ ਹੋਣਾ ਪੈਂਦਾ। ਕਿਉਂ? ਜਿਹੜੇ ਵਿਕਾਰੀ ਅਤੇ ਵਿਭਚਾਰੀ ਪੁਰਸ਼ ਹੁੰਦੇ ਨੇ, ਜਦੋਂ ਪੰਚਾਇਤ ਦੇ ਵਿੱਚ, ਕਚਹਿਰੀ ਦੇ ਵਿੱਚ ਉਹਨਾਂ ਨੂੰ ਪੁੱਛਿਆ ਜਾਂਦਾ ਹੈ, ਫਿਰ ਸ਼ਰਮ ਦੇ ਨਾਲ ਉਹਨਾਂ ਦਾ ਸਿਰ ਝੁਕ ਜਾਂਦਾ। ਤੁਸੀਂ ਇਹ ਗੁਨਾਹ ਕੀਤਾ ਸੀ, ਤੁਸੀਂ ਇਹ ਪਾਪ ਕੀਤਾ ਸੀ, ਤੁਸੀਂ ਇਹ ਕੁਕਰਮ ਕੀਤਾ ਸੀ। ਇਉਂ ਜਿਹੜੇ ਪਰਾਈਆਂ ਇਸਤਰੀਆਂ ਨੂੰ ਭੋਗਣ ਵਾਸਤੇ ਜਾਂਦੇ ਨੇ, ਫਿਰ ਉਹਨਾਂ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਨਿਤ ਪ੍ਰਤ ਹਿਰਹਿ ਪਰ ਦਰਬ, ਛਿਦਰ ਕਤ ਢਾਕੀਐ ਹੈ। ਲੋਕ ਕਈਆਂ ਦਾ ਇਹ ਸੁਭਾਅ ਹੁੰਦਾ ਹੈ, ਚੋਰੀ ਕਰਨੀ, ਹੇਰਾ ਫੇਰੀ ਕਰਨੀ, ਠੱਗੀਆਂ ਮਾਰਨੀਆਂ। ਹਾਜ਼ੂਰ ਕਹਿੰਦੇ ਨਿਤ ਪ੍ਰਤ ਹਿਰਹਿ ਪਰ ਦਰਬ। ਕਈ ਲੋਕ ਨੇ ਜਿਹੜੇ ਹਮੇਸ਼ਾ ਲਈ ਪਰਾਏ ਧਨ ਨੂੰ ਚੁਰਾਉਂਦੇ ਨੇ। ਛਿਦਰ ਕਤ ਢਾਕੀਆ, ਜਿਹੜੇ ਇਹੋ ਜਿਹੇ ਦੋਸ਼ ਨੇ, ਵਿਭਚਾਰ ਕਰਨਾ, ਚੋਰੀਆਂ ਕਰਨੀਆਂ, ਇਹ ਚੋਰੀਆਂ ਅਤੇ ਜਾਰੀਆਂ ਦੇ ਜਿਹੜੇ ਛਿਦਰ ਦੋਸ਼ ਨੇ, ਵੈਲ ਨੇ, ਐਬ ਨੇ, ਕਿਵੇਂ ਉਸ ਨੂੰ ਢੱਕ ਸਕਦੇ ਹਾਂ? ਨਹੀਂ ਢਕੇ ਜਾ ਸਕਦੇ। ਹਰ ਗੁਣ ਰਮਤ ਪਵਿੱਤਰ, ਸਗਲ ਕੁਲ ਤਾਰਈ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਪਾਏ ਜਿਹੜੇ ਗੁਰਮੁਖ ਪਿਆਰੇ ਹਰ ਗੁਣ ਰਮਤ ਪਵਿੱਤਰ, ਉਸ ਪਵਿੱਤਰ ਵਾਹਿਗੁਰੂ ਦੇ ਗੁਣਾਂ ਨੂੰ ਰਮਤ ਉਚਾਰਨ ਕਰਦੇ ਨੇ, ਸਗਲ ਕੁਲ ਤਾਰੀ, ਉਹ 'ਤੇ ਸਾਰੀਆਂ ਕੁਲਾਂ ਦਾ ਉਧਾਰ ਕਰ ਲੈਂਦੇ ਹਨ। ਹਰ ਹਾਂ ਸੁਣਤੇ ਭਏ ਪੁਨੀਤ, ਪਾਰ ਬ੍ਰਹਮ ਵਿਚਾਰਈ। ਹਰ ਹਾਂ ਹੇ ਸਖੀ ਅਥਵਾ ਹੇ ਭਾਈ, ਸੁਣਤੇ ਪਏ ਪੁਨੀਤ, ਜਿਹੜੇ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦੇ ਨੇ, ਉਹਨਾਂ ਦਾ ਵੀ ਉਧਾਰ ਹੋ ਜਾਂਦਾ, ਅਤੇ ਜਿਹੜੇ ਸੁਣਦੇ ਨੇ ਭਏ ਪੁਨੀਤ, ਉਹ ਵੀ ਪਵਿੱਤਰ ਹੋ ਜਾਂਦੇ ਨੇ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਪਾਰ ਬ੍ਰਹਮ ਵਿਚਾਰੇ। ਹਾਜ਼ੂਰ ਕਹਿੰਦੇ ਨੇ ਵੀ ਜਿਹੜੇ ਗੁਰਮੁਖ ਮਾਈ ਪਾਈ ਉਸ ਪਾਰ ਬ੍ਰਹਮ ਦੀ ਵਿਚਾਰ ਕਰਦੇ ਨੇ। ਪਹਿਲਾਂ ਗੁਣ ਰਮਤ ਦੀ ਗੱਲ ਆਈ ਸੀ। ਗੁਣ ਰਮਤ ਤੋਂ ਭਾਵ ਹੁੰਦਾ ਹੈ ਕੀਰਤਨ ਕਰਨਾ, ਅਤੇ ਬ੍ਰਹਮ ਵਿਚਾਰ ਤੋਂ ਭਾਵ ਹੈ ਉਸ ਵਾਹਿਗੁਰੂ ਪਰਮੇਸ਼ਰ ਦੀ ਕਥਾ ਕਰਨੀ, ਵਿਚਾਰ ਕਰਨੀ। ਹਾਜ਼ੂਰ ਕਹਿੰਦੇ ਨੇ ਜਿਹੜੇ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦੇ ਨੇ, ਪਵਿੱਤਰ ਗੁਣਾਂ ਨੂੰ ਕੀਰਤਨ ਦੁਆਰਾ ਗਾਉਂਦੇ ਨੇ, ਉਹ ਸਾਰੀਆਂ ਕੁਲਾਂ ਦਾ ਉਧਾਰ ਕਰ ਲੈਂਦੇ ਨੇ। ਅਤੇ ਜਿਹੜੇ ਭਾਈ ਪਾਰ ਬ੍ਰਹਮ ਦੀ ਵਿਚਾਰ ਕਰਦੇ ਨੇ, ਅੰਮ੍ਰਿਤ ਬਾਣੀ ਦੁਆਰਾ ਵਾਹਿਗੁਰੂ ਦੀ ਅਕਥ ਕਥਾ ਦੀ ਵਿਚਾਰ ਕਰਦੇ ਨੇ, ਉਹ ਸੁਣਨ ਵਾਲੇ ਵੀ
ਤੇ ਕਹਿਣ ਵਾਲੇ ਵੀ ਸਾਰੇ ਪਵਿੱਤਰ ਹੋ ਜਾਂਦੇ ਹਨ। ਊਪਰ ਬਨੈ ਆਕਾਸ ਤਲੈ ਤਰ ਸੋਹਤੀ। ਲੋ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਉੱਪਰ ਆਕਾਸ਼ ਬੜਾ ਸੋਹਣਾ ਚੰਦੋਏ ਵਾਂਗੂ ਬਣਿਆ ਹੋਇਆ, ਜਿਵੇਂ ਕੋਈ ਸ਼ਮਿਆਨਾ ਹੋਵੇ। ਤਲੈ ਤਰ ਸੋਹਤੀ, ਹੇਠਾਂ ਜਿਹੜੀ ਧਰਤੀ ਹੈ ਜਿਵੇਂ ਕੋਈ ਕਾਲੀਨ ਵਿਛਾਇਆ ਹੋਵੇ, ਸੋਹਣਾ ਕਾਰਪੇਟ ਵਿਛਾਇਆ ਹੋਵੇ, ਸੋਹਣਾ ਗਲੀਚਾ ਵਿਛਾਇਆ ਹੋਵੇ, ਇਵੇਂ ਧਰਤੀ ਸ਼ੋਭਾ ਪਾ ਰਹੀ ਹੈ। ਦਹਿ ਦਿਸ ਚਮਕੈ ਬੀਜੁਲ ਮੁਖ ਕੋ ਜੋਹਤੀ। ਫਿਰ ਦਸੋ ਦਿਸ਼ਾ ਦੇ ਵਿੱਚ ਅਸਮਾਨੀ ਬਿਜਲੀ ਚਮਕਦੀ ਹੈ। ਭਾਵ ਕਈ ਵਾਰੀ ਐਸਾ ਕੁਦਰਤ ਦਾ ਮਾਹੌਲ ਬਣ ਜਾਂਦਾ ਹੈ, ਆਕਾਸ਼ ਦੇ ਵਿੱਚ ਬੱਦਲ ਛਾਏ ਹੁੰਦੇ ਨੇ ਤੇ ਧਰਤੀ ਉੱਤੇ ਬੂੰਦਾਂ ਡਿੱਗਦੀਆਂ ਨੇ। ਉਸ ਬੂੰਦਾਂ ਦੇ ਨਾਲ ਧਰਤੀ ਹਰੀ ਭਰੀ ਹੋ ਜਾਂਦੀ ਹੈ ਤੇ ਨਾਲ ਬੱਦਲਾਂ ਦੇ ਵੀ ਬਿਜਲੀ ਵੀ ਚਮਕਦੀ ਹੈ। ਤੇ ਮੁਖ ਕੋ ਜੋਹਤੀ, ਤੇ ਜਿਹੜੀ ਜੀਵ ਇਸਤਰੀ ਹੈ ਉਹ ਉਸ ਬਿਜਲੀ ਦੇ ਚਮਕਾਰੇ ਦੇ ਵਿੱਚ ਉਹ ਆਪਣੇ ਪਤੀ ਪਰਮੇਸ਼ਰ ਦਾ ਦੀਦਾਰ ਤੱਕਣਾ ਚਾਹੁੰਦੀ ਹੈ। ਉਸ ਅੱਗ ਉਸ ਬਿਜਲੀ ਦੇ ਚਾਨਣ ਦੇ ਵਿੱਚ ਉਹ ਆਪਣੇ ਪਰਮੇਸ਼ਰ ਦੇ ਮੁਖ ਨੂੰ ਤੱਕਦੀ ਹੈ। ਅਥਵਾ ਉੱਪਰ ਬਨੈ ਆਕਾਸ਼ ਤਲੈ ਤਰ ਸੋਹਤੀ, ਉੱਪਰ ਜਿਹੜਾ ਆਕਾਸ਼ ਚਿਦਾਕਾਸ਼ ਹੈ, ਅਕਾਲ ਪੁਰਖ ਵਾਹਿਗੁਰੂ ਫਵਿਆ ਹੋਇਆ ਹੈ, ਤੇ ਹੇਠਾਂ ਗੁਰਮੁਖਾਂ ਦੀ ਬੁੱਧੀ ਰੂਪੀ ਧਰਤੀ ਉਹ ਬੜੀ ਸੁਭਾਏਮਾਨ ਹੁੰਦੀ ਸ਼ੁਭ ਗੁਣਾਂ ਦੇ ਨਾਲ। ਖੋਜਤ ਫਿਰੋ ਵਿਦੇਸ ਪੀਊ ਕਤ ਪਾਈਐ। ਦਹਿ ਦਿਸ ਚਮਕੈ ਬੀਜਲ, ਤੇ ਫਿਰ ਉਹਨਾਂ ਗੁਰਮੁਖਾਂ ਦੇ ਅੰਦਰ ਦਸੋ ਦਿਸ਼ਾ ਦੇ ਵਿੱਚ ਜਦੋਂ ਨਾਮ ਜਪਦੇ ਨੇ ਤੇ ਉਹਨਾਂ ਦੇ ਅੰਦਰ ਇੱਕ ਆਤਮਕ ਸ਼ਕਤੀ ਪੈਦਾ ਹੁੰਦੀ ਹੈ। ਵਾਹਿਗੁਰੂ ਦੀ ਜੋਤ ਦੇ ਚਮਕਾਰੇ ਵੱਜਦੇ ਨੇ ਤੇ ਉਸ ਵਾਹਿਗੁਰੂ ਦੀ ਜੋਤ ਦੇ ਚਮਕਾਰੇ ਬਿਜਲੀ ਵਾਂਗੂ ਚਮਕਦੇ ਨੇ ਤੇ ਉਹ ਉਸ ਆਤਮਕ ਸ਼ਕਤੀ ਦੇ ਪ੍ਰਕਾਸ਼ ਦੇ ਵਿੱਚ ਜਿਹੜੀ ਜੀਵ ਇਸਤਰੀ ਹੈ ਮੁਖ ਕੋ ਜੋਹਤੀ, ਉਹ ਸਰਗੁਣ ਸਰੂਪ ਦੇ ਵਿੱਚ ਤੇ ਨਿਰਗੁਣ ਸਰੂਪ ਦੇ ਵਿੱਚ ਉਸ ਵਾਹਿਗੁਰੂ ਦੇ ਮੁਖ ਨੂੰ ਤੱਕਦੀ ਹੈ। ਖੋਜਤ ਫਿਰੋਂ ਵਿਦੇਸ਼ ਪੀਓ ਕਤ ਪਾਈਏ। ਹਾਜ਼ੂਰ ਕਹਿੰਦੇ ਮੈਂ ਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਦੇਸ਼ਾਂ ਤੇ ਪ੍ਰਦੇਸ਼ਾਂ ਦੇ ਵਿੱਚ ਤੇ ਵਿਦੇਸ਼ ਦੂਜੇ ਹੋਰ ਪਰਾਏ ਦੇਸ਼ਾਂ ਦੇ ਵਿੱਚ ਵੀ ਖੋਜਦੀ ਫਿਰਦੀ ਹਾਂ ਬਈ ਕਿਧਰੇ ਮੈਨੂੰ ਵਾਹਿਗੁਰੂ ਪਰਮੇਸ਼ਰ ਮਿਲ ਜਾਵੇ। ਕਈ ਧਰਮ ਨੇ, ਕਈ ਫਿਰਕੇ ਨੇ, ਕਈ ਗੈਰ ਫਿਰਕੇ ਵੀ ਨੇ, ਉਹ ਵਿਦੇਸ਼ ਨੇ। ਅਸੀਂ ਸਾਰੇ ਫਿਰਕਿਆਂ ਦੇ ਵਿੱਚ ਤੇ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰੱਬ ਨੂੰ ਭਾਲਦੇ ਫਿਰਦੇ ਹਾਂ। ਪੀਓ ਕਤ ਪਾਈਐ, ਉਹ ਪਤੀ ਪਰਮੇਸ਼ਰ ਕਿੱਥੋਂ ਪ੍ਰਾਪਤ ਹੋਵੇ, ਇਹ ਸਾਡੇ ਮਨ ਦੀ ਚਾਹਨਾ ਹੈ। ਹਰ ਹਾਂ ਜੇ ਮਸਤਕ ਹੋਵੇ ਭਾਗ ਤਾ ਦਰਸ ਸਮਾਈਐ। ਹਰ ਹਾਂ ਹੇ ਸਖੀ, ਹੇ ਭਾਈ, ਜੇ ਸਾਡੇ ਮੱਥੇ ਤੇ ਚੰਗੇ ਭਾਗ ਜਾਗ ਪੈਣ ਤਾਂ ਦਰਸ ਸਮਾਈਐ। ਫਿਰ ਉਸ ਪਤੀ ਪਰਮੇਸ਼ਰ ਦਾ ਦਰਸ਼ਨ ਹੁੰਦਾ, ਸਰਗੁਣ ਸਰੂਪ ਦੇ ਵਿੱਚ ਵੀ ਤੇ ਨਿਰਗੁਣ ਸਰੂਪ ਦੇ ਵਿੱਚ ਵੀ ਉਹਨੂੰ ਦਰਸ਼ਨ ਹੁੰਦਾ ਤੇ ਫਿਰ ਉਹ ਦਰਸ਼ਨਾਂ ਦੇ ਵਿੱਚ ਲੀਨ ਹੋ ਜਾਂਦਾ। ਭਾਵ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ, ਆਪਣੇ ਆਪ ਅਸੀਂ ਨਹੀਂ ਮਿਲ ਸਕਦੇ, ਤੇ ਜਦੋਂ ਵਾਹਿਗੁਰੂ ਕਿਰਪਾ ਕਰਦਾ ਹੈ ਫਿਰ ਉਹ ਆਪ ਆ ਕੇ ਮਿਲਦਾ ਹੈ। ਤੇ ਜਦੋਂ ਮੱਥੇ ਦਾ ਭਾਗ ਜਾਗਦਾ ਹੈ ਫਿਰ ਵਾਹਿਗੁਰੂ ਆਪ ਦਰਸ਼ਨ ਦੀਦਾਰੇ ਬਖਸ਼ਦਾ ਹੈ ਤੇ ਉਹਦੇ ਦਰਸ਼ਨਾਂ ਦੇ ਵਿੱਚ ਹੀ ਗੁਰਮੁਖ ਦੀ ਸੁਰਤ ਲੀਨ ਹੋ ਜਾਂਦੀ ਹੈ।